ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਨਮਾਨ ਆਵਰ ਸਾਹਿਬ ਕਮਾਲ बारगाह इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवें दिन की जो नवें जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे पावन कदमां दी खाक दे नाम करना नसीब होया। सतगुरु जी दी मेहर सदका सौदर चौंकी दे गायन कीर्तन रहरास आरती अरदास फिर महाराज जी दे हुक्मनामे आपने सरवण कीते हन। इच्छा पूरक सर्व सुख दाता हर जाकै वस है काम ते ना सो ऐसा हर ध्याई है मेरे जीअड़े ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਕੁਝ ਸਮਾਂ ਹੋਰ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਗਾਥਾ ਪਵਿੱਤਰ ਕਥਾ ਜੀਵਨ ਦਾਇਨੀ ਵਿਚਾਰ ਚੋਂ ਗੁਰੂ ਦੀਦਾਰ ਪ੍ਰਾਪਤ ਹੋਵੇ ਇਸ ਲਈ ਸਰਬ ਪ੍ਰਥਮ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ऐसा गहराई तो महसूस करिए कि साडा सीस गुरु नानक देव जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक श्रवण करदियां इतना अपने प्रेम सहित श्रवण किया कि मात सुलखणी जी की भाव पिन्नी बेनती नूं सुन के महाराज जी ने सिखा नूं फिर भेजिया जाओ श्री चंद लक्ष्मी दास जी नूं बुला के लियाओ। उसने जाके बेनती की आखिया माता जी कह रहे ने याद कर रहे ने ते कह रहे ने कि गुरु पिता समा चले हैं तुसी आके कोई गल करनी होवे मिलना होवे ते कर लवो। इतना आपने सलवन किया कि रंचक और विलंब न कोई चाहो तो मिलो भले बिद होई। हुण कोई देर नहीं उन्हां दे शरीर त्यागण विच ते जे तुसी चाहो तो आके मिल सकते हो। अगली कथा सरवण करिए पेशतर गज के आखो धन गुरु नानक देव जी महाराज। एक बारी फिर आखो जी धन गुरु नानक देव जी महाराज। सिर चंद पुन लक्ष्मी दासा
ਸ੍ਰੀ ਚੰਦ ਪੁਨ ਲਖਮੀ ਦਾਸਾ। ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਮਾਤ ਬਾਤ ਸੁਣ ਭਏ ਉਦਾਸਾ। ਮਾਤਾ ਜੀ ਨੇ ਵੀ ਇਹੀ ਸੰਦੇਸ਼ਾ ਭੇਜਿਆ ਹੈ, ਸੁਣ ਕੇ ਉਦਾਸ ਹੋ ਗਏ ਹਨ। ਤਤ ਛਿਨ ਉਠੇ ਤਜੇ ਅਨਮਤਾ। ਉਹ ਝਟਪਟ ਤਿਆਰ ਹੋਏ, ਉੱਠ ਪਏ ਤੇ ਹੋਰ ਸਲਾਹ ਕੋਈ ਨਾ ਕੀਤੀ। ਕਹਿਓ ਸਮਾਏ ਨ ਸਾਚੇ ਪਿਤਾ। ਤੇ ਆਪਸ ਵਿੱਚ ਕਹਿਣ ਲੱਗੇ, ਛੇਤੀ ਚਲੋ ਕਿਧਰੇ ਸੱਚੇ ਪਿਤਾ ਗੁਰੂ ਨਾਨਕ ਦੇਵ ਮਹਾਰਾਜ ਵਾਕਈ ਸਮਾ ਨਾ ਜਾਵਣ। ਗਮਨੇ ਮਿਲਨ ਪਈ ਇਤ ਐਸੇ। ਇਸ ਤਰ੍ਹਾਂ ਦੇ ਨਾਲ ਫਿਰ ਮਹਾਰਾਜ ਜੀ ਦੇ ਦਰਸ਼ਨ ਵਾਸਤੇ ਚੱਲ ਪਏ ਹਨ। ਤੇ ਇਧਰ ਮਹਾਰਾਜ ਵਾਲੇ ਪਾਸੇ ਇਸ ਤਰ੍ਹਾਂ ਕੌਤਕ ਵਰਤਿਆ। ਉਤ ਕੀ ਸੁਨਹੁ ਕੀਨ ਗੁਰ ਜੈਸੇ। ਜਿਵੇਂ ਸਤਿਗੁਰੂ ਜੀ ਨੇ ਖੇਡ ਵਰਤਾਇਆ ਹੈ। ਅੰਬਰ ਪਾਈ ਬਦਨ ਪਰ ਤਬ ਹੀ। ਆਪਣੇ ਸਰੀਰ ਤੇ ਮਹਾਰਾਜ ਜੀ ਨੇ ਬਸਤਰ ਪਾ ਲਿਆ, ਸਫੈਦ ਰੰਗ ਦਾ ਚਾਦਰਾ ਆਪਣੇ ਤਨ ਤੇ ਓੜ ਲਿਆ ਗੁਰੂ ਨਾਨਕ ਦੇਵ ਜੀ ਨੇ। ਓਡ ਗਏ ਦੇਖੇ ਨਰ ਸਭ ਹੀ। ਸਾਰੀ ਸੰਗਤ ਦੇਖ ਰਹੀ ਹੈ। ਮਹਾਰਾਜ ਜੀ ਨੇ ਪਹਿਲੇ ਜਪਜੀ ਸਾਹਿਬ ਦਾ ਪਾਠ ਕੀਤਾ। ਇਹ ਬੜਾ ਜ਼ਰੂਰੀ ਹੈ, ਆਮ ਕਰਕੇ ਸਾਡੇ ਵਿੱਚ ਰਿਵਾਜ ਬਣ ਗਿਆ ਬਈ ਕੋਈ ਪ੍ਰਾਣੀ ਚਲਾਣਾ ਕਰ ਜਾਏ ਤੇ ਚਿਖਾ ਤੇ ਰੱਖਣ ਤੋਂ ਪਹਿਲੇ ਜਪਜੀ ਸਾਹਿਬ ਕਰਨ ਲੱਗ ਪੈਂਦੇ। ਔਰ ਐਸੀ ਮਾਨਤਾ ਹੈ ਬਈ ਬਾਣੀ ਪੜ੍ਹੀ ਸੁਣੀ ਅੱਗੇ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਚਲੋ ਜੀਵਨ ਸਮਾਪਤ ਹੋ ਜਾਣ ਤੋਂ ਬਾਅਦ ਖੌਰੇ ਕੋਈ ਜਪਜੀ ਸਾਹਿਬ ਪੜ੍ਹੇ ਕਿ ਨਾ ਪੜ੍ਹੇ, ਸ਼ੁੱਧ ਪੜ੍ਹੇ ਕਿ ਨਾ ਪੜ੍ਹੇ, ਪ੍ਰੇਮ ਨਾਲ ਪੜ੍ਹੇ ਕਿ ਨਾ ਪੜ੍ਹੇ, ਪਰ ਸਾਰੀ ਜ਼ਿੰਦਗੀ ਰੋਜ਼ ਇੱਕ ਜਪਜੀ ਸਾਹਿਬ ਆਪਣੇ ਲਈ ਪੜ੍ਹ ਹੀ ਲੈਣਾ ਚਾਹੀਦਾ ਬਈ ਬਾਅਦ 'ਚ ਕੋਈ ਪੜ੍ਹੇ ਨਾ ਪੜ੍ਹੇ ਕੋਈ ਫਰਕ ਨਾ ਪਵੇ। ਆਪਣਾ ਜਪਜੀ ਸਾਹਿਬ ਆਪ ਸਵੇਰੇ ਉੱਠਦਿਆਂ ਜਾਪ ਕਰਕੇ ਫਿਰ ਪੜ੍ਹ ਲੈਣਾ ਚਾਹੀਦਾ। ਮਹਾਰਾਜ ਜੀ ਨੇ ਵੀ ਜਪਜੀ ਸਾਹਿਬ ਪੜ੍ਹਿਆ ਹੈ। ਹਾਂਜੀ, ਗਏ ਸਮਾਏ ਤਨ ਰਹੇ ਨ ਪ੍ਰਾਨਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਕਰਕੇ ਚਾਦਰ ਓੜ ਕੇ ਗੁਰੂ ਨਾਨਕ ਬਿਰਾਜ ਗਏ ਤੇ ਸਰੀਰ ਵਿੱਚੋਂ ਆਤਮਾ ਨਿਕਲ ਗਈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਧਰੋਂ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਜੀ ਮਿਲਣ ਲਈ ਆ ਗਏ ਨੇ, ਇਧਰੋਂ ਮਹਾਰਾਜ ਸਮਾ ਗਏ ਹਨ। ਭਾ ਕਹਾਏ ਕੋ ਸ਼ਬਦ ਮਹਾਨਾ। ਜਦੋਂ ਇਹ ਸਭ ਨੇ ਮਹਿਸੂਸ ਕੀਤਾ ਵੀ ਮਹਾਰਾਜ ਨੇ ਸਰੀਰ ਛੱਡ ਦਿੱਤਾ ਹੈ ਤਾਂ ਸੰਗਤਾਂ ਵਿੱਚ ਬਹੁਤ ਰੁਦਨ ਹੋਇਆ। ਕਰਹਿ ਲੋਕ ਬਿਲਾਪ ਕਲਾਪਾ। ਤੇ ਬਹੁਤ ਮਹਾਰਾਜ ਜੀ ਦੇ ਗੁਣ ਉੱਚੀ ਉੱਚੀ ਬਿਆਨ ਕਰਨ ਲੱਗ ਪਏ ਵੀ ਸਾਡਾ ਪ੍ਰਮਾਤਮਾ, ਸਾਡਾ ਗੁਰੂ, ਸਾਡਾ ਸਿਰਜਣਹਾਰ, ਸਾਡੇ ਜੀਵਨ ਦਾ ਆਸਰਾ ਆਦਿਕ ਬੋਲ ਬੋਲ ਕੇ ਨਾਲੇ ਸੁਣਾ ਰਹੇ ਹਨ ਤੇ ਨਾਲੇ ਨੇਤਰਾਂ ਚੋਂ ਜਲ ਜਾ ਰਿਹਾ ਹੈ। ਭਇਓ ਪ੍ਰਭੂ ਕੋ ਬਿਰਹੁ ਪ੍ਰਤਾਪਾ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਬਿਰਹੋ ਵਿਰਲਾਪ ਇੱਥੇ ਹੁੰਦਾ ਪਿਆ ਹੈ। ਨਰਨ ਬਿਖੈ ਪਰ ਰੁਦਨ ਕਨੇਰਾ। ਸਾਰੀ ਸੰਗਤ ਵਿੱਚ ਬਹੁਤ ਰੁਦਨ ਹੋ ਰਿਹਾ ਹੈ। ਸੁਰਨ ਮਝਾਰ ਆਨੰਦ ਬਸੇਰਾ। ਪਰ ਦੇਵੇ ਦੇਵ ਲੋਕ ਵਿੱਚ ਦੇਵਤਿਆਂ ਵਿੱਚ ਬੜਾ ਆਨੰਦ ਹੈ ਭਈ ਪਾਰ ਬ੍ਰਹਮ ਪਰਮੇਸ਼ਰ ਜੋਤ ਗੁਰੂ ਨਾਨਕ ਵਾਪਸ ਆ ਰਹੇ ਹਨ। ਅਤ ਉਤ ਸਭ ਕੇ ਗੀਤਨ ਗਾਵਹਿ। ਦੇਵ ਆਤਮਾਵਾਂ ਗੈਬੀ ਸ਼ਕਤੀਆਂ ਬਹੁਤ ਉਤਸ਼ਾਹ ਦੇ ਗੀਤ ਗਾ ਰਹੀਆਂ ਹਨ। ਵਾਦ ਤੇ ਤਾਲ ਮਿਲਾਈ ਬਜਾਵਹਿ। ਬਹੁਤ ਸੋਹਣੇ ਵਾਜੇ ਵਜਾ ਕੇ ਤਾਲ ਮਿਲਾ ਕੇ ਸੁਰ ਤਾਲ ਵਿੱਚ ਗੁਰੂ ਨਾਨਕ ਦੀ ਮਹਿਮਾ ਗਾ ਰਹੇ ਹਨ। ਔਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਉਹਨਾਂ ਦੀ ਅਗਵਾਨੀ ਕਰਨ ਲਈ ਗੈਬੀ ਸ਼ਕਤੀਆਂ ਪਹੁੰਚੀਆਂ ਹਨ। ਸਵਈਆ ਨੰਦੇ ਸੋ ਬਿਰਖ ਚੜੇ ਸਿਵਜੂ। ਸ਼ਿਵ ਜੀ ਜਿਨ੍ਹਾਂ ਨੂੰ ਪ੍ਰਲਯ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਭਾਰਤ ਵਿੱਚ ਬਹੁਤ ਵੱਡੀ ਪੂਜਾ ਪ੍ਰਤਿਸ਼ਠਾ ਹੈ,
ਉਹ ਨੰਦੀ ਬੈਲ ਤੇ ਸਵਾਰ ਹੋ ਕੇ ਤਨ ਉਜਲ ਇੰਦਰ ਸਸਾਕ ਸੁਹਾਏ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਤਨ ਬੜਾ ਉਜਲਾ ਹੈ। ਇੰਦਰ ਆਦਿਕ ਸੋਹਣੀ ਸਫੈਦ ਛਵੀ ਵਾਲੇ, ਸੁਹਾਵਣੀ ਛਵੀ ਵਾਲੇ ਆਏ ਹਨ। ਬਿਆਲ ਕਰਾਲ ਅਲੰਕ੍ਰਿਤ ਹੈ। ਔਰ ਇਸ ਤਰ੍ਹਾਂ ਦੇ ਨਾਲ ਸ਼ਿਵ ਜੀ ਦੇ ਗਲ ਵਿੱਚ ਬੜਾ ਭਿਆਨਕ ਸੱਪ ਹਨ। ਬਿਆਲ ਸੱਪ ਨੂੰ ਕਹਿੰਦੇ ਨੇ, ਕਰਾਲ ਭਿਆਨਕ ਨੂੰ ਕਹਿੰਦੇ ਨੇ, ਤੇ ਅਲੰਕ੍ਰਿਤ ਗਹਿਣੇ ਪਾਏ ਹੋਏ ਹਨ ਸੱਪਾਂ ਦੇ। ਹਰ ਖਾਲ ਵਿਸਾਲ ਸਿਖੰਦਨ ਪਾਏ। ਹਰ ਖਾਲ ਦਾ ਮਤਲਬ ਹੈ ਸ਼ੇਰ ਦੀ ਖਲ ਉਹਨਾਂ ਨੇ ਬਹੁਤ ਵੱਡੀ ਆਪਣੇ ਮੋਢਿਆਂ ਤੇ ਪਾਈ ਹੋਈ ਹੈ, ਗਲ ਪਾਈ ਹੋਈ ਹੈ। ਗੰਗ ਤਰੰਗ ਅਮੰਕਨ ਭੰਗ। ਤੇ ਪਵਿੱਤਰ ਗੰਗਾ ਦੀਆਂ ਪਾਪਾਂ ਦਾ ਨਾਸ਼ ਕਰਨ ਵਾਲੀਆਂ ਤਰੰਗਾਂ। ਜਟਾ ਮਹਿ ਪਾਰਬਤੀ ਅੰਗਲਾਏ। ਗੰਗਾ ਉਹਨਾਂ ਦੀਆਂ ਜਟਾਵਾਂ ਚੋਂ ਬਹਿ ਰਹੀ ਹੈ ਤੇ ਉਹਨਾਂ ਦੀ ਅਰਧਾਂਗਣੀ ਮਾਤਾ ਪਾਰਵਤੀ ਉਹਨਾਂ ਦੇ ਨਾਲ ਹਨ। ਸੂਲ ਤਰੇ ਕਰ ਮੁੰਡ ਪਰੇ ਗਰ। ਔਰ ਇਸ ਤਰ੍ਹਾਂ ਤ੍ਰਿਸ਼ੂਲ ਪਕੜੀ ਹੋਈ ਹੈ, ਗਲ ਵਿੱਚ ਮਨੁੱਖੀ ਖੋਪੜੀਆਂ ਦੀ ਮਾਲਾ ਹੈ। ਪ੍ਰੇਮ ਕਰੇ ਉਰਸੋਂ ਚਲ ਆਏ। ਉਹ ਵੀ ਗੁਰੂ ਨਾਨਕ ਦੇਵ ਜੀ ਦਾ ਸਨਮਾਨ ਕਰਨ ਲਈ ਸ਼ਿਵ ਜੀ ਆਏ, ਪਹੁੰਚੇ ਹਨ। ਸੰਗ ਪੰਚਾਨਨ ਤਾਤ ਖੜਾਨਨ ਔਰ ਹੈ। ਇਸੇ ਤਰ੍ਹਾਂ ਪੰਜ ਮੁਖੀ ਬੜਾ ਸੋਹਣਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਪੰਚ ਆਨਨ ਦਾ ਮਤਲਬ ਹੈ ਸ਼ਿਵਾ ਜੀ ਦੇ ਨਾਲ ਉਹਨਾਂ ਦੇ ਪੁੱਤਰ ਛੇ ਮੂੰਹਾਂ ਵਾਲਾ ਕਾਰਤਿਕੇ ਤੇ ਗਣੇਸ਼ ਜੀ ਵੀ ਆਏ ਹਨ। ਦੁਰ ਨਦਾਨਨ ਸੋਭ ਬੜਾਏ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਭਾਈ ਸਾਹਿਬ ਜੀ ਨੇ ਲਿਖਿਆ ਹੈ, ਜਿਨ੍ਹਾਂ ਦੇ ਦੋ ਵੱਡੇ ਦੰਦ ਬਾਹਰ ਨੂੰ ਨੇ, ਭਾਵ ਗਣੇਸ਼ ਜੀ ਵੀ ਆਏ ਹਨ ਸ਼ੋਭਾ ਮਹਾਰਾਜ ਜੀ ਦੀ ਕਰਨ ਵਾਸਤੇ। ਵਰਿੰਦ ਬੜੇ ਗਣ ਸਾਥ ਬਿਰਾਜਤ। ਜਿਨ੍ਹਾਂ ਦੇ ਨਾਲ ਬਹੁਤ ਸਾਰੇ ਸ਼ਿਵ ਗਣ ਨਾਲ ਹਨ। ਦੇਖ ਸਰੂਪ ਸਭੈ ਹਰ ਖਾਏ। ਉਹ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਕੇ ਤਮਾਮ ਗੈਬੀ ਹਸਤੀਆਂ ਸ਼ਕਤੀਆਂ ਬਹੁਤ ਆਨੰਦਿਤ ਹੋਈਆਂ ਹਨ। ਜੈ ਸੁਖਦਾਇਕ ਜੈ ਸੁਰ ਨਾਇਕ। ਇਹ ਸੁਖਾਂ ਦੇ ਦਾਤੇ ਤੁਹਾਡੀ ਸਦਾ ਹੀ ਜੈ। ਹੇ ਦੇਵਤਿਆਂ ਦੇ ਨਾਇਕ, ਗੈਬੀ ਸ਼ਕਤੀਆਂ ਦੇ ਨਾਇਕ, ਪ੍ਰਮਾਤਮਾ ਜੋਤ ਗੁਰੂ ਨਾਨਕ ਤੁਹਾਡੀ ਸਦਾ ਹੀ ਜੈ ਹੈ। ਜੈ ਇਟ ਪਾਇਕ ਵਾਕ ਅਲਾਏ। ਤੁਸੀਂ ਆਪਣੇ ਪਿਆਰਿਆਂ ਦੇ ਪਿਆਰੇ ਹੋ। ਇਸ ਤਰ੍ਹਾਂ ਦੇ ਸੋਹਣੇ ਸ਼ਬਦ ਮਹਾਰਾਜ ਜੀ ਦੀ ਮਹਿਮਾ 'ਚ ਅਲਾਪ ਰਹੇ ਹਨ। ਬੰਦ ਉਬੈ ਕਰ ਬੰਦਤ ਹੈ। ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਨੂੰ ਵੰਦਨਾ ਕਰ ਰਹੇ ਹਨ। ਉਹ ਫੂਲਣ ਕੀ ਬਰਖਾ ਬਰਖਾਏ। ਬਹੁਤ ਤਰ੍ਹਾਂ ਤਰ੍ਹਾਂ ਦੇ ਖੂਬਸੂਰਤ ਮਹਿਕਦੇ ਹੋਏ ਫੁੱਲਾਂ ਦੀ ਗੁਰੂ ਨਾਨਕ ਦੇ ਚਰਨਾਂ ਤੇ ਬਾਰਿਸ਼ ਕਰ ਰਹੇ ਹਨ। ਹੰਸ ਚੜੇ ਚਤੁਰਾਨਨ ਨਾਰਦ। ਔਰ ਇਸ ਤਰ੍ਹਾਂ ਦੇ ਨਾਲ ਹੰਸ ਤੇ ਚੜੇ ਹੋਏ ਚਾਰ ਮੁਖੀ ਬ੍ਰਹਮਾ, ਨਾਰਦ ਆਦਿਕ ਬ੍ਰਹਮਾ ਦੇ ਪੁੱਤਰ ਸਾਰਦ ਬੁੱਧ ਵਿਸਾਰਦ ਆਏ। ਔਰ ਇਸ ਤਰ੍ਹਾਂ ਸਾਰਦਾ ਬੁੱਧੀ ਦੇ ਮਹਾਨ ਗਿਆਤਾ, ਮਹਾਨ ਬੁੱਧੀਵਾਨ ਆਏ ਹਨ। ਪ੍ਰੇਮ ਭਰੇ ਉਰ ਬੇਨ ਬਜਾਵਤ। ਪ੍ਰੇਮ ਨਾਲ ਭਰੇ ਹੋਏ ਹਨ ਸਾਰੇ ਗੁਰੂ ਨਾਨਕ ਦੇਵ ਜੀ ਦਾ ਸਨਮਾਨ ਕਰਨ ਲਈ ਉਹਨਾਂ ਦੀ ਅਗਵਾਨੀ 'ਚ ਖੁਸ਼ੀਆਂ ਦੇ ਵਾਜੇ ਵਜਾ ਰਹੇ ਹਨ। ਸਨਕ ਸਨੰਦ ਹਿਰਦੈ ਹਰਿ ਖਾਏ। ਔਰ ਇਸ ਤਰ੍ਹਾਂ ਸਨਕ ਸਨੰਦਨ ਜੋ ਬ੍ਰਹਮਾ ਦੇ ਪੁੱਤਰ ਹਨ, ਨਾਰਦ ਆਦਿਕ ਬਹੁਤ ਖੁਸ਼ ਹਨ। ਕੋਸਕ ਭ੍ਰਿੰਗ ਵਸ਼ਿਸ਼ਟ ਮੁਨੀ। ਇਹ ਸਾਰੇ ਰਿਸ਼ੀਆਂ ਦੇ ਨਾਮ ਹਨ, ਜਿਨ੍ਹਾਂ ਵਿੱਚ ਕੌਸ਼ਕ, ਭ੍ਰਿੰਗੀ, ਵਸ਼ਿਸ਼ਟ ਮੁਨੀ ਆਦਿਕ। ਅੰਗੁਰਾਸੋ ਪੁਲਸਤ ਮਹਾ ਸੁਖ ਪਾਏ। ਇਸ ਤਰ੍ਹਾਂ ਮਹਾਰਿਸ਼ੀ ਅੰਗਰਾ ਤੇ ਪੁਲਸਤ ਬਹੁਤ ਪ੍ਰਸੰਨ ਹਨ। ਅਤਰ ਅਗਸ ਪਰਾਸੁਰ ਬਿਆਸ। ਇਸ ਤਰ੍ਹਾਂ ਅਤਰੀ ਰਿਸ਼ੀ, ਅਗਸਤ ਮੁਨੀ, ਪਰਾਸੁਰ, ਬਿਆਸ ਆਦਿਕ ਸਭੈ ਦਰਸ਼ਨ ਗੁਰੂ ਸੁਖ ਪਾਏ। ਇਹ ਸਾਰੀਆਂ ਗੈਬੀ ਸ਼ਕਤੀਆਂ ਗੁਰੂ ਨਾਨਕ ਦਾ ਸਨਮਾਨ ਕਰਨ ਲਈ ਆਈਆਂ, ਮਹਾਰਾਜ ਜੀ ਦਾ ਜਸ ਗਾ ਰਹੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਸੰਬੰਧ ਵਿੱਚ ਇਹ ਆਪਣੀ ਮੁਬਾਰਕ ਕਲਮ ਨਾਲ ਲਿਖਿਆ ਹੈ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਪਰ ਹੈ ਸਭ ਜਗ ਭਇਓ ਜੈ ਜੈ ਜੈ
ਸੁਰਲੋਕ। ਬਿਲਕੁਲ ਕਰਤਾਰਪੁਰੇ ਵਿੱਚ ਇਹੀ ਵਾਕਿਆਤ ਨੇ। ਜਿਹੜੀਆਂ ਸੰਗਤਾਂ ਨੇ ਪ੍ਰੇਮ ਵਾਲੀਆਂ ਉਹ ਰੁਦਨ ਵਿੱਚ ਨੇ ਤੇ ਦੇਵੀ ਆਤਮਾਵਾਂ ਜੈ ਜੈਕਾਰ ਕਰ ਰਹੀਆਂ ਹਨ। ਦੋਹਰਾ ਬਾਲਮੀਕ ਅਰ ਰੋਮ ਰਿਖ ਇਸ ਤਰ੍ਹਾਂ ਮਹਾਰਿਸ਼ੀ ਬਾਲਮੀਕ, ਰੋਮ ਰਿਸ਼ੀ ਆਦਿਕ, ਕਾਗ ਪੁਸੰਡ ਸੁਜਾਨ, ਮਹਾਰਿਸ਼ੀ ਕਾਗ ਪਸੁੰਡ ਜਿਨ੍ਹਾਂ ਨਾਲ ਗੁਰੂ ਨਾਨਕ ਦਾ ਮੇਲ ਵੀ ਹੋਇਆ, ਉਹ ਸੁਜਾਨ ਸਿਆਣੇ ਰਿਸ਼ੀ, ਬਗਦਾਲਬ ਤੇ ਆਦ ਸਭ, ਮਹਾਰਿਸ਼ੀ ਬਦਕਾਲਬ ਅਤੇ ਹੋਰ ਆਏ ਰਖੀ ਮਹਾਨ, ਮਹਾਨ ਮਹਾਨ ਰਿਸ਼ੀ ਵਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ, ਜੈ ਜੈਕਾਰ ਕਰਨ ਕਰਤਾਰਪੁਰ ਪਹੁੰਚੇ ਹਨ। ਨਾਮਦੇਵ ਜੈਦੇਵ ਜਨ ਧੰਨਾ, ਇਸ ਤਰ੍ਹਾਂ ਭਗਤ ਨਾਮਦੇਵ ਜੀ, ਭਗਤ ਜੈਦੇਵ ਜੀ, ਜੈਦੇਵ ਨਗਰ ਹੈ ਇੱਧਰ ਬੰਗਾਲ ਵਿੱਚ, ਉਤੋਂ ਦੇ ਨਿਵਾਸ ਕਰਨ ਵਾਲੇ ਅਤੇ ਧੂਆਂ ਨਗਰ ਦੇ ਮਹਾਨ ਭਗਤ ਧੰਨਾ ਜੀ, ਸੈਨ ਕਬੀਰ, ਇਸ ਤਰ੍ਹਾਂ ਭਗਤ ਸੈਣ ਜੀ ਤੇ ਭਗਤ ਕਬੀਰ ਆਦਿਕ ਜੋ ਵੱਡੇ ਭਗਤ ਹੋਏ ਹਨ। ਹਿਤ ਦਰਸ਼ਨ ਕੇ ਭਗਤ ਸਭ, ਮਹਾਰਾਜ ਜੀ ਦੇ ਭਗਤ ਸਭ, ਹਿਤ ਦਰਸ਼ਨ ਕੇ ਭਗਤ ਸਭ ਆਏ। ਗੁਰੂ ਕੇ ਧੀਰ ਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਹਨ। ਸਵਈਆ ਸੇਸ ਸੁਰੇਸ ਜਲੇਸ ਦਨੇਸ, ਇਸ ਤਰ੍ਹਾਂ ਸ਼ੇਸ਼ ਨਾਗ ਇੰਦਰ ਔਰ ਰਾਤ ਦਾ ਦੇਵਤਾ ਚੰਦਰਮਾ, ਦਿਨੇਸ਼ ਸੂਰਜ ਆਦਿਕ, ਨਿਸ਼ੇਸ ਤਨੇਸ ਭਿਖੈ ਸੁਖ ਪਾਵੈ, ਚੰਦਰਮਾ ਤੇ ਧਨੇਸ਼ ਕੁਬੇਰ ਆਦਿਕ ਸਾਰੇ ਮਹਾਰਾਜ ਜੀ ਦਾ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਹਨ। ਕਿੰਨਰ ਗੰਧਰਵ ਪਾਵਕ ਪੌਣ, ਇਸ ਤਰ੍ਹਾਂ ਦੇਵਤਿਆਂ ਦੇ ਰਾਗੀ ਕਿੰਨਰ ਗੰਧਰਵ ਆਦਿਕ, ਅਗਣੀ ਪੌਣ ਆਦਿਕ ਸ਼ਕਤੀਆਂ, ਆਨੰਦ ਭਰੇ ਉਰ ਮੰਗਲ ਗਾਵੈ, ਇਹ ਸਾਰੀਆਂ ਸ਼ਕਤੀਆਂ ਵੀ ਗੁਰੂ ਨਾਨਕ ਨੂੰ ਸਜਦਾ ਕਰ ਰਹੀਆਂ, ਨਤਮਸਤਕ ਹੋ ਰਹੀਆਂ ਹਨ। ਦੇਵ ਤਰੋਵਰ ਕੀ ਪਸਪਾਂਜੁਲ, ਔਰ ਦੇਵੀ ਦਰਖਤ ਜਿਵੇਂ ਆ ਪਾਰਜਾਤ ਦਰਖਤ ਆਦਿਕ ਕਹਿੰਦੇ ਨੇ, ਦੇਵੀ ਦਰਖਤ ਕਾਮਤੇਨ ਗਊ ਆਦਿਕ, ਕਲਪ ਵ੍ਰਿਸ਼ ਆਦਿਕ, ਇਹ ਜੋ ਦੇਵੀ ਸ਼ਕਤੀਆਂ ਨੇ ਕਲਪ ਵ੍ਰਿਸ਼ ਆਦਿਕ, ਇਹਨਾਂ ਸਵਰਗੀਏ ਬਗੀਚਿਆਂ ਦੇ ਫੁੱਲ ਮਹਾਰਾਜ ਜੀ ਦੇ ਚਰਨਾਂ ਤੇ ਛਿੜਕ ਰਹੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਆਪਣੀ ਬਾਣੀ 'ਚ ਲਿਖਿਆ ਕਿ ਪੋਪਨ ਬ੍ਰਿਸ਼ਟ ਗਗਨ ਤੇ ਪਈ। ਫੁੱਲਾਂ ਦੀ ਬਾਰਿਸ਼ ਦੇਵੀ ਮੰਡਲਾਂ ਤੋਂ ਹੋ ਰਹੀ ਹੈ। ਪੋਪਨ ਬ੍ਰਿਸ਼ਟ ਗਗਨ ਤੇ ਪਈ। ਇਸ ਤਰ੍ਹਾਂ ਇਹ ਸਾਰੇ ਦੇਵੀ ਸ਼ਕਤੀਆਂ ਦੇਵੀ ਦਰਖਤਾਂ ਦੇ ਬਗੀਚਿਆਂ ਦੇ ਫੁੱਲ ਲੈ ਕੇ ਗੁਰੂ ਨਾਨਕ ਦੇ ਚਰਨਾਂ ਤੇ ਭੇਟ ਕਰ ਰਹੇ ਹਨ। ਜੈ ਮੁਖ ਤੇ ਕਹਿ ਕੈ ਬਰਖਾਵੈ, ਔਰ ਇਸ ਤਰ੍ਹਾਂ ਦੇ ਨਾਲ ਜੈ ਗੁਰੂ ਨਾਨਕ, ਜੈ ਗੁਰੂ ਨਾਨਕ ਕਹਿੰਦੇ ਹੋਏ ਫੁੱਲਾਂ ਦੀ ਬਾਰਿਸ਼ ਕਰ ਰਹੇ ਹਨ। ਸ੍ਰੀ ਸੁਖ ਕੰਦ ਗੋਬਿੰਦ ਮੁਕੰਦ, ਉਸ ਮਹਾਰਾਜ ਗੁਰੂ ਨਾਨਕ ਦੇਵ ਸੁੱਖਾਂ ਦੇ ਮੂਲ ਹਨ, ਧਰਤੀ ਦੇ ਸਾਜਣਹਾਰ ਹਨ ਤੇ ਮੁਕਤੀ ਦੇ ਦਾਤੇ ਹਨ। ਬੰਦੰ ਅਰਬਿੰਦ ਪੂਜੈ ਮਨ ਭਾਵੈ, ਔਰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੀ ਮਾਨੋ ਪੂਜਾ ਕਰ ਰਹੇ ਹਨ, ਅਰਚਨਾ ਬੰਦਨਾ ਕਰ ਰਹੇ ਹਨ। ਦੋਹਰਾ ਏਕ ਵਿਵਾਨ ਮਨੋਹਰ ਮਹਾ, ਔਰ ਇਸ ਤਰ੍ਹਾਂ ਦੇਖਣ ਵਿੱਚ ਆਇਆ ਵੀ ਇੱਕ ਬਹੁਤ ਆਲੀਸ਼ਾਨ ਮਨੋਹਰ, ਜਿਸ ਨੂੰ ਦੇਖ ਕੇ ਮਨ ਠੱਗਿਆ ਜਾਏ, ਐਸਾ ਵਿਮਾਨ, ਪੁੰਜ ਮਣੀ ਜਿਸ ਮਾਹੇ, ਤੇ ਬਹੁਤ ਕੀਮਤੀ ਮਣੀਆਂ ਜਿਸ ਵਿੱਚ ਜੜੀਆਂ ਹੋਈਆਂ ਹਨ। ਅਤ ਪ੍ਰਕਾਸ਼ ਸੰਕਟ ਸੋ, ਬਹੁਤ ਉਸ ਵਿੱਚੋਂ ਪ੍ਰਕਾਸ਼ ਨਿਕਲ ਰਿਹਾ ਹੈ। ਕੌਣ ਕਹੈ ਛਬ ਤਾਹੇ, ਭਾਈ ਸਾਹਿਬ ਕਹਿੰਦੇ ਨੇ ਦੁਨੀਆ ਦਾ ਵੱਡੇ ਤੋਂ ਵੱਡਾ ਸ਼ਾਇਰ ਕभी ਉਹਦੀ ਉਪਮਾ ਨਹੀਂ ਲਿਖ ਸਕਦਾ। ਇੰਨਾ ਵੱਡਾ ਸੋਹਣਾ ਪ੍ਰਕਾਸ਼ਮਈ ਵਿਵਾਨ ਗੁਰੂ ਨਾਨਕ ਦੇਵ ਜੀਆਂ ਨੂੰ ਲੈਣ ਵਾਸਤੇ ਇਹ ਦੇਵੀ ਸ਼ਕਤੀਆਂ ਲੈ ਕੇ ਆਈਆਂ। ਚੋਪਈ ਪਾਰਖ ਦੀ ਜਿਸ ਆਏ ਅਗਾਰੀ, ਇਸ ਤਰ੍ਹਾਂ ਅਗਾਰੀ ਜਿਹੜੇ ਚੌਬਦਾਰ ਆਦਿਕ ਹਨ, ਚਵਰ ਢੁਰਤ ਹੈ ਵਾਰੰਵਾਰੀ, ਤੇ ਵਾਰ-ਵਾਰ ਗੁਰੂ ਨਾਨਕ ਦੇਵ ਜੀ ਦੇ ਸੀਸ ਤੇ ਦੇਵੀ ਸ਼ਕਤੀਆਂ ਚੌਰ ਝੁਲਾ ਰਹੀਆਂ ਹਨ। ਜਹਾਂ ਹੁਤੇ ਬੇਦੀ ਕੁਲ ਦੀਪਾ, ਜਿਸ ਵੇਲੇ ਬੇਦੀ ਕੁਲ ਦੀਪਾ ਗੁਰੂ ਨਾਨਕ ਦੇਵ ਜੀ ਬੇਦੀ ਕੁਲ ਦੇ ਚਿਰਾਗ ਜਿੱਥੇ ਹੈਗੇ ਸਨ,
ਭਾਵ ਕਰਤਾਰਪੁਰ ਵਿੱਚ ਈਸਰ ਪਇਓ ਸੋ ਤਾਹੇ ਸਮੀਪਾ। ਉਹ ਭਗਵਾਨ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਦੇ ਕੋਲ ਆ ਕੇ ਰੁਕਿਆ। ਨਿਜ ਸਰੂਪ ਤਬ ਸ੍ਰੀ ਪ੍ਰਭ ਧਾਰਾ। ਉਸ ਵੇਲੇ ਜਿਹੜਾ ਨਿਜ ਸਰੂਪ ਹੈ, ਆਤਮ ਸਰੂਪ ਦਿਖਾਈ ਪੈ ਰਿਹਾ ਹੈ। ਚਰਨ ਕੋਕਨਦ ਸੁਬਤ ਅਪਾਰਾ। ਤੇ ਸੋਹਣੇ ਲਾਲ ਰੰਗ ਦੇ ਕਮਲਾਂ ਵਰਗੇ ਚਰਨ ਹਨ ਮਹਾਰਾਜ ਦੇ, ਤੇ ਬਹੁਤ ਸ਼ੋਭਾ ਪਾ ਰਹੇ ਹਨ। ਨੂਪਰ ਮਣੀ ਮੈਂ ਰੁਚਿਰ ਸੁਹਾਏ। ਨੂਪਰ ਬਜੜੇ ਨੇ ਉਹ ਬਹੁਤ ਮਣੀਆਂ ਹਨ, ਬਹੁਤ ਸੋਹਣੇ ਲੱਗ ਰਹੇ ਹਨ। ਦਵੈ ਜੰਗਾ ਕਦਲੀ ਛਬ ਪਾਏ। ਮਹਾਰਾਜ ਸੱਚੇ ਪਾਤਸ਼ਾਹ ਦੀਆਂ ਦੋਵੇਂ ਜੰਗਾਂ ਕੇਲੇ ਦੇ ਦਰਖਤ ਵਾਂਗੂ ਭਾਵ ਬਹੁਤ ਸੋਹਣੀਆਂ ਲੱਗ ਰਹੀਆਂ ਹਨ। ਸੁਦਰ ਕਟੰਕਾ ਬਦੀ ਸੁਹਾਵਤ। ਸੁਦਰ ਘੰਟਕਾ ਬੰਦੀ ਸੁਹਾਵਤ, ਬੜੀ ਸੋਹਣੀ ਤੜਾਗੀ ਬਣੀ ਹੋਈ ਹੈ, ਜਿਹਦੇ ਛੋਟੀਆਂ ਛੋਟੀਆਂ ਉਹ ਬੋਰ ਜਿਹੇ ਘੰਟੀਆਂ ਹਨ। ਉਦਰ ਸੁਤਰਵਲੀ ਸੋਭ ਬੜਾਵਤ। ਔਰ ਇਸ ਤਰ੍ਹਾਂ ਦੇ ਨਾਲ ਉਦਰ ਸੋ ਤ੍ਰਿਵਲੀ ਸ਼ੋਭ ਬੜਾਵਤ। ਤੇ ਮਹਾਰਾਜ ਜੀ ਦੇ ਪੇਟ ਤੇ ਉਦਰ ਤੇ ਤਿੰਨ ਜਿਹੜੀਆਂ ਨੇ ਲਕੀਰਾਂ ਐਬ ਬਣੇ ਹੋਏ ਬਹੁਤ ਸੋਹਣੇ ਲੱਗ ਰਹੇ ਹਨ। ਕਾਲਿੰਦਰੀ ਆਵਰਤ ਸੋ ਨਾਭਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਾਭੀ ਇਸ ਤਰ੍ਹਾਂ ਹੈ ਜਿਵੇਂ ਜਮਨਾ ਨਦੀ ਦੀ ਘੁੰਮਣ ਘੇਰੀ ਹੋਵੇ, ਤੇ ਉਹ ਘੁੰਮਣ ਘੇਰੀ ਪਾਣੀ ਘੁੰਮਦਾ ਤੇ ਵਿੱਚ ਇੱਕ ਹੇਠਾਂ ਨੂੰ ਨਿਸ਼ਾਨ ਬਣਦਾ, ਜੋ ਬੜਾ ਸੋਹਣਾ ਲੱਗਦਾ ਹੈ, ਜੋ ਪਾਣੀ ਹੇਠਾਂ ਜਾ ਰਿਹਾ ਹੁੰਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਆਭਾ ਯੁਕਤ ਨਾਭੀ ਦਾ ਵਰਣਨ ਹੈ। ਪੂਜਾ ਚਾਰ ਯੁਤ ਭੂਖਣ ਆਬਾ। ਬਹੁਤ ਸੋਹਣੀਆਂ ਬਾਹਾਂ ਤੇ ਬਹੁਤ ਸੋਹਣੇ ਗਹਿਣੇ ਹਨ। ਸੰਖ ਚਕਰ ਕਰ ਕਮਲਨ ਮਾਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਸ਼ੰਖ ਚੱਕਰ ਨਜ਼ਰ ਆ ਰਿਹਾ ਹੈ। ਗਦਾ ਪਦਮ ਅਤ ਸੁੰਦਰ ਆਹੀ। ਗਦਾ ਤੇ ਇਸ ਤਰ੍ਹਾਂ ਪਦਮ ਰੇਖਾਵਾਂ ਬਹੁਤ ਸੁੰਦਰ ਹਨ। ਕੰਕਣ ਅੰਗਦ ਮਣਗ ਚਿਕਾਰੀ। ਬਹੁਤ ਸੋਹਣੇ ਕੜੇ ਔਰ ਅੰਗ ਜਿਹੜੇ ਬਾਜੂਬੰਦ ਹੁੰਦੇ ਨੇ, ਜਿਨ੍ਹਾਂ ਵਿੱਚ ਬਹੁਤ ਮਣੀਆਂ ਕੀਮਤੀ ਨਗ ਜੜੇ ਹੋਏ ਹਨ। ਬਿਰਖ ਸਮਾਨ ਕੰਧ ਦਵੈ ਭਾਰੀ। ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਕੰਧੇ ਉੱਪਰ ਉੱਠੇ ਹੋਏ ਦਿਖਾਈ ਪੈ ਰਹੇ ਹਨ। ਔਰ ਆਇਤ ਬਨਮਾਲ ਸੁਹਾਵਾ। ਤੇ ਬਨਮਾਲ ਜਿਹੜੀ ਹੈ ਸੋਹਣੇ ਬਨ ਦੇ ਫੁੱਲਾਂ ਦੀਆਂ ਮਾਲਾ ਮਹਾਰਾਜ ਜੀ ਦੇ ਸੁਹਾਰੀਆਂ। ਬਨਮਾਲਾ ਵਿਸ਼ਨੂੰ ਪਹਿਨਦੇ ਸਨ। ਇਹ ਵਿਸ਼ਨੂੰ ਰੂਪ ਸਰੂਪ ਹੀ ਬਿਆਨ ਕਰ ਰਹੇ ਹਨ ਦੇਵੀ ਆਤਮਾਵਾਂ। ਅਧਿਕ ਕਸੁਬਤ ਮਨ ਛਬ ਪਾਵਾ। ਜਿਵੇਂ ਭਗਵਾਨ ਵਿਸ਼ਨੂੰ ਜੋ ਸਮੁੰਦਰ ਚੋਂ ਮਣੀ ਨਿਕਲੀ ਸੀ ਧਾਰਨ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਕਟ ਜੋ ਸੀਸ ਤੇ ਹੈ ਉਸ ਤਰ੍ਹਾਂ ਸ਼ੋਭ ਰਿਹਾ ਹੈ। ਕੰਬ ਗਰੀਬ ਤ੍ਰੈ ਰੇਖ ਬਿਰਾਜਤ। ਔਰ ਇਸ ਤਰ੍ਹਾਂ ਤ੍ਰੈ ਰੇਖਾ ਮਹਾਰਾਜ ਜੀ ਦੀ ਗਰੀਵਾ ਤੇ ਬਿਰਾਜੀਆਂ ਦਿਖਾਈ ਪੈ ਰਹੀਆਂ ਹਨ, ਜਿਵੇਂ ਸ਼ੰਖ ਦੇ ਵਿੱਚ ਤਿੰਨ ਲਾਈਨਾਂ ਹੁੰਦੀਆਂ ਹਨ। ਬਦਨ ਬਿਲੋਕ ਚੰਦਰਮਾ ਤੇ ਲਾਜਤ। ਮੁਖੜਾ ਇਤਨਾ ਮਹਾਨ ਨੂਰ ਨੂਰ ਹੋਇਆ ਹੋਇਆ, ਨੂਰਮਈ ਮੁਖੜਾ ਹੈ ਬਈ ਜੇ ਚੰਦਰਮਾ ਵੀ ਦੇਖੇ ਤੇ ਸ਼ਰਮਾ ਜਾਏ, ਲੱਜਾਵਾਨ ਹੋਵੇ। ਮੈਂ ਕਾਹਦਾ ਸੋਹਣਾ, ਲੋਕ ਮੇਰੀ ਸੁੰਦਰਤਾ ਦੀ ਮਿਸਾਲ ਦਿੰਦੇ ਨੇ, ਪਰ ਗੁਰੂ ਨਾਨਕ ਦੀ ਸੁੰਦਰਤਾ ਵਰਗੀ ਸੁੰਦਰਤਾ ਕਿਸੇ ਕੋਲ ਨਹੀਂ ਹੈ। ਚਿਵਕ ਚਾਰ ਮੁਸਕਿਆਨ ਕਪੂਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਦੀ ਠੋਡੀ ਔਰ ਇਸ ਤਰ੍ਹਾਂ ਗੱਲਾਂ ਬਹੁਤ ਸੋਹਣੀਆਂ, ਹਾਸੇ ਨਜ਼ਰ ਆ ਰਹੇ ਹਨ। ਹਾਸ ਮਿਰਧੁਲ ਛਬ ਹੋਤ ਅਮੂਲਾ। ਹੋਠ ਮੁਸਕਰਾ ਰਹੇ ਹਨ ਤੇ ਬੜਾ ਮਿੱਠਾ ਮਿੱਠਾ ਹਾਸਾ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਪ੍ਰਗਟ ਹੋ ਰਿਹਾ ਹੈ। ਚਮਕ ਦਸਨ ਕੀ ਰੁਚਿਰ ਬਿਰਾਜੀ। ਬਹੁਤ ਸੋਹਣੇ ਮਹਾਰਾਜ ਦੇ ਦੰਦ ਮੋਤੀਆਂ ਤੋਂ ਵੱਧ ਚਮਕ ਰਹੇ ਹਨ। ਸੰਪਟ ਬਿਦਰਮ ਹੀਰਨ ਰਾਜੀ। ਤੇ ਪਾਵਨ ਮੁਖੜਾ ਇਸ ਤਰ੍ਹਾਂ ਜਿਵੇਂ ਕਿਸੇ ਸੋਹਣੇ ਹੀਰਿਆਂ ਵਾਲੇ ਡੱਬੇ ਵਿੱਚ ਇਹ ਸੋਹਣੇ ਦੰਦ ਰੱਖੇ ਆ, ਦੰਦ ਇਸ ਤਰ੍ਹਾਂ ਚਮਕ ਰਹੇ ਹਨ ਮੋਤੀਆਂ ਹੀਰਿਆਂ ਵਾਂਗੂ। ਉਨਤ ਨਾਸਿਕਾ ਕਾਕਨ ਕੁੰਡਲ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉੱਚੀ ਨਾਸਿਕਾ ਔਰ ਸੋਹਣੇ ਕੰਨ ਤੇ ਕੇਸਾਂ ਦੇ ਕੁੰਡਲ। ਸੋਭਾ ਸੁਖ ਦਾ ਅਤ ਸੁਖ ਮੰਡਲ। ਸੁਖਾਂ ਦੇ ਮੰਡਲ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਿਹਰੇ ਦੀ ਬਹੁਤ ਮਹਿਮਾ ਹੈ। ਮਨ ਹੋ ਕਮਰ ਦਲ ਸੁੰਦਰ ਲੋਚਨ। ਤੇ ਨੇਤਰ ਇਸ ਤਰ੍ਹਾਂ ਨੇ ਜਿਵੇਂ ਕਮਲ ਦੀਆਂ ਪੰਖੜੀਆਂ ਹਨ। ਕਿਰਪਾ ਭਰੀ ਚਿਤਵਨ ਦੁਖ ਮੋਚਨ। ਕਿਰਪਾ ਭਰੀ ਚਿਤਵਣੀ ਹੈ ਜੋ ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦੀ ਹੈ। ਧਨਕ ਪ੍ਰਕੁਟੀ ਮਸਤਕ ਚਾਰੂ। ਤੇ ਜਿਹੜੀਆਂ ਮਹਾਰਾਜ ਜੀ ਦੀਆਂ ਅੱਖਾਂ ਦੇ ਭਰਵੱਟੇ ਹਨ, ਬਿਰਕੁਟੀਆਂ ਹਨ, ਉਹ ਧਨਖ ਵਾਂਗੂ ਹਨ। ਜਿਵੇਂ ਧਨਸ ਕਰਾਊਡ ਹੁੰਦਾ ਇਸ ਤਰ੍ਹਾਂ, ਤੇ ਮਸਤਕ
ਵਾਹ ਵਾਹ ਚਮਕ ਰਿਹਾ ਹੈ, ਬਹੁਤ ਸੋਹਣਾ ਸਿਰ ਹੈ। ਕਰੀਟ ਜੇ ਪ੍ਰਭਾ ਅਪਾਰੂ ਤੇ ਸਿਰ ਤੇ ਮਹਾਨ ਮੁਕਟ ਹੈ, ਜਿਹਦੀ ਮਹਿਮਾ ਅਪਰਮ ਅਪਾਰ ਹੈ। ਸ਼ਾਮ ਬਰਨ ਜਲਧਰ ਕੀ ਨਿਆਈ ਸ਼ਾਮ ਬਰਨ ਜਿਵੇਂ ਬੱਦਲ ਜਲ ਵਾਲੇ ਹੁੰਦੇ ਹਨ, ਬਸਨ ਪੀਤ ਜਨ ਛਟਾ ਸੁਹਾਈ ਤੇ ਪੀਲੇ ਬਸਤਰ ਮਹਾਰਾਜ ਜੀ ਨੇ ਕੇਸਰੀ ਧਾਰੇ ਹੋਏ ਹਨ। ਬਹੁਤ ਸੋਹਣੀ ਸੁਹਾਵਣੀ ਛਟਾ ਆਭਾ ਜਿਹੜੀ ਹੈ ਉਹ ਬਣੀ ਹੋਈ ਹੈ। ਆਪਨੋ ਪਲਟ ਸਰੂਪ ਕਿਰਪਾਲਾ ਜਿਵੇਂ ਬਿਜਲੀ ਚਮਕ ਰਹੀ ਹੋਵੇ, ਇਸ ਤਰ੍ਹਾਂ ਮਹਾਰਾਜ ਦੇ ਬਚਨ ਬਦਨ ਤੇ ਸੋਹਣੇ ਕੇਸਰੀ ਬਸਤਰ ਹਨ, ਤੇ ਆਪਣਾ ਜਿਹੜਾ ਸਰੂਪ ਉਸ ਵਿੱਚ ਹਨ। ਛੜੇ ਵਿਵਾਨ ਉਪਰ ਤਤਕਾਲਾ ਤੇ ਝਟਪਟ ਗੁਰੂ ਨਾਨਕ ਦੇ ਮਹਾਰਾਜ ਦਰਗਾਹ ਤੋਂ ਆਏ, ਵਿਵਾਨ ਤੇ ਬੈਠੇ। ਤੇ ਛਿਨ ਦੋਨੋਂ ਸੁਤ ਚਲ ਆਏ ਇਧਰੋਂ ਮਹਾਰਾਜ ਸੱਚੇ ਪਾਤਸ਼ਾਹ ਵਿਵਾਨ ਤੇ ਬਿਰਾਜਮਾਨ ਹੋ ਗਏ, ਤੇ ਇਧਰੋਂ ਦੋਵੇਂ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਸਾਹਿਬ ਆ ਪਹੁੰਚੇ ਹਨ। ਸੁਨ ਤਰੋਰ ਹਿਰਦੇ ਬਸਮਾਏ ਤੇ ਉਹ ਜਿਹੜਾ ਜਿਤਨਾ ਸ਼ੋਰ ਹੋ ਰਿਹਾ ਸੀ, ਸੰਗਤਾਂ ਰੁਦਨ ਕਰ ਰਹੀਆਂ ਸਨ, ਇਹ ਸੁਣ ਕੇ ਬੜੇ ਹੈਰਾਨ ਹੋਏ। ਪੀਰ ਅਧਿਕ ਜਾਵਨ ਮਗਨਾਹੀ ਇਤਨਾ ਮਹਾਰਾਜ ਜੀ ਦੇ ਦੁਆਲੇ ਦੁਆਲੇ ਪਾਵਨ ਸਰੀਰ ਦੇ ਵੱਡਾ ਇਕੱਠ ਹੈ ਕਿ ਵਿੱਚੋਂ ਲੰਘਿਆ ਨਹੀਂ ਜਾ ਰਿਹਾ। ਦੁਸਤਰ ਹਵੈ ਪਹੁੰਚੇ ਪ੍ਰਭ ਪਾਹੀ ਤੇ ਬੜੀ ਮੁਸ਼ਕਲ ਨਾਲ ਜਿੱਥੇ ਮਹਾਰਾਜ ਜੀ ਦਾ ਤਨ ਬਿਰਾਜਮਾਨ ਹੈ ਪਹੁੰਚੇ ਹਨ। ਦੇਖ ਸੁਲਕਣੀ ਸੁਤ ਸੋ ਭਾਖੀ ਤੇ ਧੰਨ ਧੰਨ ਮਾਤ ਸੁਲੱਖਣੀ ਜੀਆਂ ਨੇ ਜਦ ਦੇਖਿਆ ਵੀ ਦੋਵੇਂ ਪੁੱਤਰ ਆ ਗਏ ਨੇ, ਤੇ ਉਸ ਵੇਲੇ ਬਚਨ ਕੀਤਾ, ਪੂਰਬ ਕਿਉਂ ਨਾ ਆਏ ਅਸ ਕਾਂਖੀ ਅਸੀਂ ਚਾਹੁੰਦੇ ਰਹੇ ਪਰ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ। ਰਹੇ ਬੁਲਾਏ ਪਠੇ ਦਵੈ ਬਾਰੀ 2 ਵਾਰੀ ਸੇਵਕ ਭੇਜੇ, ਤੁਸੀਂ ਨਹੀਂ ਆਏ। ਆਏ ਨਹੀਂ ਨਾਨੀਕ ਵਿਚਾਰੀ ਨਾ ਤੁਸੀਂ ਆਏ ਤੇ ਨਾ ਤੁਸੀਂ ਆਉਣਾ ਹੀ ਚੰਗਾ ਸਮਝਿਆ। ਪਿੱਛੇ ਆਏ ਰਹਿਓ ਪਛਤਾਈ ਪਰ ਹੁਣ ਪਿੱਛੋਂ ਆਏ ਉਹ ਚਲੇ ਗਏ, ਹੁਣ ਤੇ ਪਛਤਾਵਾ ਹੀ ਰਹਿ ਗਿਆ ਹੈ। ਅਬ ਤੋ ਗਏ ਸਮਾਏ ਗੁਸਾਈ ਹੁਣ ਤੇ ਸਾਰੇ ਬ੍ਰਹਮੰਡ ਦੇ ਮਾਲਕ ਗੁਰੂ ਨਾਨਕ ਜੋਤੀ ਜੋਤ ਸਮਾ ਗਏ ਹਨ। ਸ੍ਰੀ ਚੰਦ ਸੁਨ ਲਖਮੀ ਦਾਸ ਤੇ ਫਿਰ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ, ਧੰਨ ਧੰਨ ਬਾਬਾ ਲਖਮੀ ਦਾਸ ਜੀ ਨੇ ਵਿਸਮੈ ਹਵੈ ਭਏ ਦਰਸ ਨਿਰਾਸ ਬਹੁਤ ਬਿਸਮਾਦਤ ਹੋਏ, ਤੇ ਮਨ ਵਿੱਚ ਸੋਚਿਆ ਬਈ ਦਰਸ਼ਨ ਨਹੀਂ ਹੋਇਆ, ਦਰਸ਼ਨ ਕਰਨ ਦੀ ਆਸ ਪੂਰੀ ਨਹੀਂ ਹੋਈ। ਆਪਨੋ ਦੋਸ ਜਾਣ ਪਛਤਾਏ ਪਰ ਇਹ ਦੋਸ਼ ਸਾਡੇ ਗੁਰੂ ਪਿਤਾ ਦਾ ਨਹੀਂ, ਸਾਡਾ ਹੀ ਦੋਸ਼ ਹੈ। ਅਸੀਂ ਗੁਨਾਹਗਾਰ ਹਾਂ ਪਾਤਸ਼ਾਹ ਗੁਰੂ ਪਿਤਾ। ਕਬ ਸੰਤੋਖ ਸਿੰਘ ਸਰਧਾ ਪਾਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਤਰ੍ਹਾਂ ਇਹ ਦੋਵੇਂ ਸਾਹਿਬਜ਼ਾਦੇ ਪਛਤਾਤਾਪ ਕਰਨ ਲੱਗ ਪਏ। ਇਹਨਾਂ ਦੇ ਮਨ ਵਿੱਚ ਵੀ ਬਹੁਤ ਗੁਰੂ ਨਾਨਕ ਪ੍ਰਤੀ ਸ਼ਰਧਾ ਬਣ ਗਈ ਬਈ ਉਹ ਪਾਰ ਬ੍ਰਹਮ ਪਰਮੇਸ਼ਵਰ ਜੋਤ ਸਣ, ਜੋ ਆਖਿਆ ਉਹ ਪੂਰਾ ਕਰ ਦਿੱਤਾ ਹੈ। ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹਨਾਂ ਦਾ ਜੀਵਨ ਲਿਖਦਿਆਂ ਮੇਰਾ ਮਨ ਵੀ ਸ਼ਰਧਾ ਨਾਲ ਭਰ ਗਿਆ। ਸੁਣਾਉਂਦਿਆਂ ਹੋਇਆਂ ਸਾਡਾ ਤੇ ਸੁਣਦਿਆਂ ਹੋਇਆਂ ਆਪ ਸਾਰਿਆਂ ਦਾ ਮਨ ਵੀ ਸ਼ਰਧਾ ਨਾਲ ਭਰ ਜਾਏ। ਇਸ ਲਈ ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਦੋਹਰਾ ਦੀਪਕ ਸਤਿਗੁਰ ਸ਼ਬਦ ਕਰ ਸਦਨ ਹਿਰਦੇ ਮਹਿਬਾਰ। ਔਰ ਇਸ ਤਰ੍ਹਾਂ ਮਹਾਰਾਜ ਜੀ ਦੇ ਮਹਾਨ ਗੁਰਸਿੱਖ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪੁਰਖਾ ਗੁਰੂ ਦੇ ਸ਼ਬਦ ਦਾ ਦੀਪਕ ਜਲਾ ਤੇ ਆਪਣੇ ਹਿਰਦੇ ਵਿੱਚ ਜਲਾ। ਤਮ ਅਗਿਆਨ ਨਿਵਾਰ ਕੈ ਸਾਰ ਅਸਾਰ ਵਿਚਾਰ। ਭਾਈ ਸਾਹਿਬ ਨੂੰ ਪੁੱਛੀਏ ਵੀ ਗੁਰੂ ਸ਼ਬਦ ਦਾ ਚਿਰਾਗ ਜਲਾਇਆ ਹੋਵੇਗਾ ਕੀ? ਮਹਾਰਾਜ ਕਹਿੰਦੇ ਨੇ ਬਾਣੀ ਦੇ ਬਚਨ ਨੇ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਭਾਈ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਤਮ ਅਗਿਆਨ, ਜੇ ਗੁਰੂ ਸ਼ਬਦ ਦੇ ਚਿਰਾਗ ਨੂੰ ਕੋਈ ਹਿਰਦੇ ਵਿੱਚ ਬਾਲੇਗਾ, ਭਾਵ ਜਪੇਗਾ, ਤੇ ਫਿਰ ਅਗਿਆਨ ਅੰਧੇਰ ਨਿਵਾਰ ਕੇ ਸਾਰ ਅਸਾਰ ਵਿਚਾਰ, ਅਸਾਰ ਜਗਤ ਤੋਂ ਨਿਕਲ ਕੇ ਸਾਰ ਅਵਸਥਾ ਨੂੰ ਪ੍ਰਾਪਤ ਹੋਵੇਗਾ। ਇਹ ਵਿਚਾਰ ਉਸ ਨੂੰ ਪ੍ਰਾਪਤ ਹੋਵੇਗੀ। ਇਹ ਤੂੰ ਵਿਚਾਰ ਕਰ। ਚੌਪਈ ਚੌਪਈ ਸ੍ਰੀ ਚੰਦ ਤਬ ਲਖਮੀ ਦਾਸ। ਫਿਰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਪਿਤ ਆਗਾ ਕੀਨੀ ਅਰਦਾਸ। ਦੋਵਾਂ ਦੇ ਨੇਤਰਾਂ ਵਿੱਚ ਜਲ ਹੈ, ਹੱਥ ਜੁੜੇ ਹੋਏ ਨੇ, ਸੀਸ ਝੁਕਿਆ ਹੋਇਆ।
ਤੇ ਚਰਨਾਂ ਵੱਲ ਖੜੇ ਹੋ ਕੇ ਦੋਵੇਂ ਹੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਅਰਦਾਸ ਕਰਨ ਲੱਗ ਪਏ। ਹਾਥ ਬੰਦ ਦੇ ਨੋ ਹਵੈ ਠਾਂਡੇ, ਹਾਥ ਬੰਦ ਦੋਨੋਂ ਹੋਏ ਠੰਡੇ, ਦੋਵਾਂ ਨੇ ਹੱਥ ਜੋੜੇ ਹੋਏ ਹਨ ਤੇ ਚਰਨਾਂ ਵੱਲ ਖੜੇ ਹਨ। ਹਿਰਦੇ ਮੈਂ ਸਰਦਾ ਅਤ ਵੱਡੇ, ਤੇ ਬਹੁਤ ਸ਼ਰਧਾ ਨਾਲ, ਪ੍ਰੇਮ ਨਾਲ, ਵਿਸ਼ਵਾਸ ਨਾਲ ਭਰੇ ਹੋਏ ਹਨ। ਹੇ ਜਗਤੇਸ ਸਰਬ ਸੁਖ ਦਾਨੀ, ਹੇ ਜਗਤ ਦੇ ਮਾਲਕ ਤੇ ਸਾਰੇ ਸੁੱਖਾਂ ਦੇ ਦਾਨੀ, ਸਭ ਸੁੱਖਾਂ ਦਾ ਦਾਨ ਦੇਣ ਵਾਲੇ ਗੁਰੂ ਪਿਤਾ ਜੀਓ। ਹੇ ਸਰਬੱਗ ਸਰਬ ਗੁਣ ਖਾਨੀ, ਹੇ ਸਰਬੱਗ ਸਰਬ ਗਿਆਤਾ ਤੇ ਸਾਰੇ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ। ਸਭ ਵਿਦ ਪੂਰਨ ਹੋ ਸਮਰੱਥਾ, ਗੁਰੂ ਪਿਤਾ ਜੀ ਆਪ ਹਰ ਤਰ੍ਹਾਂ ਨਾਲ ਸਮਰੱਥ ਹੋ। ਰਾਉਰ ਕੇ ਗੁਣ ਹੈ ਅਕਥਾ, ਤੇ ਆਪ ਜੀ ਦੇ ਗੁਣ ਕਥੇ ਨਹੀਂ ਜਾ ਸਕਦੇ, ਕਹਿਣ ਕਥਨ ਤੋਂ ਬਾਹਰ ਹਨ, ਅਪਰਮ ਅਪਾਰ ਹਨ। ਅਪਰ ਨਰਨ ਸੇ ਤੁਮ ਕੋ ਮਾਨਤ, ਪਰ ਅਸੀਂ ਅਗਿਆਨੀ ਹਾਂ ਗੁਰੂ ਪਿਤਾ, ਅਸੀਂ ਆਮ ਬੰਦਿਆਂ ਵਾਂਗੂ ਤੁਹਾਨੂੰ ਸਮਝਦੇ ਰਹੇ। ਹੁਣ ਸ਼ਰਧਾ ਨਾਲ ਹਿਰਦਾ ਭਰਿਆ ਹੋਇਆ, ਪ੍ਰੇਮ ਨਾਲ ਭਰੇ ਹੋਏ, ਨੇਤਰਾਂ ਵਿੱਚ ਜਲ ਹੈ, ਹੱਥ ਜੁੜੇ ਹੋਏ ਨੇ ਤੇ ਬੇਨਤੀਆਂ ਕਰ ਰਹੇ ਨੇ, ਮਹਾਰਾਜ ਅਸੀਂ ਤਾਂ ਆਮ ਪਿਤਾ ਵਾਂਗੂ ਹੀ ਆਪ ਨੂੰ ਸਮਝਦੇ ਰਹੇ ਹਾਂ। ਜਗ ਕਰਤਾ ਇਹ ਭੇਦ ਨ ਜਾਣਤ, ਪਰ ਇਹ ਭੇਦ ਨਹੀਂ ਜਾਣਿਆ ਵੀ ਤੁਸੀਂ ਜਗਤ ਦੇ ਕਰਤਾ ਹਰਤਾ ਹੋ, ਮਾਲਕ ਹੋ, ਰਚਨਹਾਰ ਹੋ। ਅਬੈ ਪ੍ਰਤੀਤ ਤੁਮਾਰੀ ਆਈ, ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਨੂੰ ਭਰੋਸਾ ਬਣਿਆ ਬਈ ਆਪ ਜਗਤ ਦੇ ਰਚਨਹਾਰ ਹੋ। ਤ੍ਰੈ ਲੋਕੀ ਪਤ ਸੰਕ ਨਰਾਈ, ਇਸ ਤਰ੍ਹਾਂ ਦੇ ਨਾਲ ਤੁਸੀਂ ਤ੍ਰਿਲੋਕੀ ਪਤ ਹੋ, ਭਾਵ ਤਿੰਨਾਂ ਲੋਕਾਂ ਦੇ ਪਤੀ ਮਾਲਕ ਹੋ। ਹੁਣ ਸਾਡੇ ਮਨ 'ਚ ਕੋਈ ਸ਼ੰਕਾ ਨਹੀਂ ਰਹਿ ਗਿਆ, ਬਿਨਾ ਮਿਲੇ ਅਬ ਆਪ ਸਮਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਿਨਾ ਦਰਸ਼ਨ ਦਿੱਤਿਆਂ ਹੀ ਸਮਾ ਗਏ ਹੋ। ਆਪ ਨੇ ਸਰੀਰ ਤਿਆਗ ਦਿੱਤਾ ਹੈ, ਹਮ ਰਹਿ ਗਏ ਹਿਰਦੇ ਪਛੁਤਾਏ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤਾਂ ਹਿਰਦੇ ਵਿੱਚ ਪਛਤਾਉਂਦੇ ਹੀ ਰਹਿ ਗਏ ਹਾਂ। ਅਬੈ ਬਦੀ ਅਬ ਲੱਖ ਵਿਸਾਲਾ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨਾਲ ਬਚਨ ਕਰਨ ਦੀ, ਆਪ ਜੀ ਦੇ ਹੱਥ ਸਿਰ ਤੇ ਰਖਵਾਣ ਦੀ ਬਹੁਤ ਅਭਿਲਾਖਾ ਹੈ। ਦਰਸ ਆਪ ਕਾ ਕਰਨ ਕਿਰਪਾਲਾ, ਮਹਾਰਾਜ ਕਿਰਪਾ ਕਰਕੇ ਇੱਕ ਵਾਰੀ ਦਰਸ਼ਨ ਦੇ ਦਿਓ। ਆਪ ਸਮਰੱਥ ਹੋ, ਗਏ ਕਿਤੇ ਨਹੀਂ, ਸਰੀਰ ਤੋਂ ਬਾਹਰ ਹੋ ਗਏ ਹੋ, ਪਰ ਇੱਕ ਵਾਰੀ ਉੱਠ ਕੇ ਬੈਠ ਜਾਓ, ਇੱਕ ਵਾਰੀ ਦਰਸ਼ਨ ਦੇ ਦਿਓ। ਇਸ ਤਰ੍ਹਾਂ ਬੇਨਤੀਆਂ ਤਰਲੇ ਕਰਨ ਲੱਗੇ। ਸੁਨ ਕੈ ਬਿਨੈ ਪ੍ਰਸੀਤ ਹੋ ਤਾਤਾ, ਇਹ ਸਾਡੇ ਗੁਰੂ ਪਿਤਾ ਸਾਡੀ ਬੇਨਤੀ ਸੁਣੋ, ਪ੍ਰਸੰਨ ਹੋਵੋ ਸਾਡੀ ਬੇਨਤੀ ਨੂੰ ਸੁਣ ਕੇ। ਖਿਮਾ ਕਰੋ ਭੂਲੇ ਪਛਤਾਤਾ, ਹੁਣ ਤੱਕ ਜੋ ਅਸੀਂ ਭੁੱਲਾਂ ਕੀਤੀਆਂ ਨੇ ਆਪ ਇੱਕ ਵਾਰੀ ਉੱਠ ਕੇ ਕਹਿ ਦਿਓ ਕਿ ਬਖਸ਼ ਦਿੱਤੀਆਂ, ਇੱਕ ਵਾਰੀ ਸਾਨੂੰ ਬਖਸ਼ ਦੇਵੋ। ਤੁਮਕੋ ਸ੍ਰੀ ਕਰਤਾਰ ਦੁਹਾਈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਜਿਸ ਕਰਤਾਰ ਦੇ ਨਾਮ ਤੇ ਤੁਸੀਂ ਨਗਰ ਵਸਾਇਆ, ਜਿਸ ਕਰਤਾਰ ਦਾ ਜਸ ਦੁਨੀਆ 'ਚ ਕੀਤਾ, ਜਿਸ ਕਰਤਾਰ ਦੇ ਕਰਤਾ ਪੁਰਖ ਦੇ ਨਾਮ ਨਾਲ ਜੋੜਿਆ, ਅਸੀਂ ਉਸੇ ਕਰਤਾ ਪੁਰਖ ਦਾ ਵਾਸਤਾ ਦਿੰਦੇ ਹਾਂ, ਕਰਤਾਰ ਦੀ ਦੁਹਾਈ, ਉਹਦਾ ਵਾਸਤਾ ਦਿੰਦੇ ਆ ਤੁਹਾਨੂੰ। ਬੋਲੇ ਮਿਲੇ ਬਿਨਾ ਜੇ ਜਾਈ, ਮਹਾਰਾਜ ਸੱਚੇ ਪਾਤਸ਼ਾਹ ਕਰਤਾ ਪੁਰਖ ਦਾ ਵਾਸਤਾ ਹੈ। ਜੇ ਬਿਨਾ ਮਿਲਿਆ, ਜੇ ਬਿਨਾ ਬੋਲਿਆ ਤੁਸੀਂ ਗਏ, ਪੂਰਬ ਜਿਉ ਦਵੈ ਘਟਕਾ ਓਰੀ। ਮਹਾਰਾਜ ਸੱਚੇ ਪਾਤਸ਼ਾਹ ਜ਼ਿਆਦਾ ਸਮਾਂ ਨਹੀਂ ਮੰਗਦੇ, ਪਹਿਲਾਂ ਦੀ ਤਰ੍ਹਾਂ ਜਿਵੇਂ ਸਾਨੂੰ ਨਿਵਾਜ਼ਦੇ ਰਹੇ ਹੋ, ਸਿਰ ਤੇ ਹੱਥ ਰੱਖਦੇ ਰਹੇ ਹੋ, 2 ਘੜੀਆਂ ਸਮਾਂ ਦੇ ਦੇਵੋ। ਹਮ ਸੋ ਬੋਲੋ ਮਿਲੋ ਬਹੋਰੀ। ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਸਾਡੇ ਨਾਲ ਗੱਲ ਤਾਂ ਕਰੋ, ਅਸੀਂ ਤੁਹਾਡੇ ਬੱਚੇ ਹਾਂ, ਬਾਲਕ ਹਾਂ, ਤੇ ਸਾਨੂੰ ਪਤਾ ਚੱਲ ਗਿਆ ਤੁਸੀਂ ਪਰਮਾਤਮਾ ਹੋ, ਤੇ ਇਹ ਕੋਈ ਵੱਡੀ ਗੱਲ ਨਹੀਂ ਹੈ। ਆਪ 2 ਘੜੀਆਂ ਦਾ ਸਮਾਂ ਸਾਨੂੰ ਦੇ ਦੇਵੋ। ਅਸ ਅਰਦਾਸ ਕੀਨ ਜਬ ਦੋਈ। ਇਸ ਤਰ੍ਹਾਂ ਜਦੋਂ ਬਹੁਤ ਭਾਵਨਾਵਾਂ ਸਹਿਤ, ਪ੍ਰੇਮ ਸਹਿਤ, ਜੋਦੜੀ ਰੂਪ ਵਿੱਚ ਦੋਵਾਂ ਨੇ ਬੇਨਤੀਆਂ ਕੀਤੀਆਂ। ਚਹੁ ਦਿਸ ਭੀੜ ਅਧਿਕ ਤਬ ਹੋਈ। ਮਹਾਰਾਜ ਜੀ ਦੇ ਪਾਵਨ ਸਰੀਰ ਦੇ ਦੁਆਲੇ ਦੁਆਲੇ ਬਹੁਤ ਇਕੱਠ ਹੈ। ਅਹ ਸੁਲਖਣੀ ਚਰਨਨ ਪਾਸੂ। ਤੇ ਧੰਨ ਧੰਨ ਮਾਤ ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੈਠੇ ਹੋਏ। ਉਹਨਾਂ ਦੇ ਨੇਤਰਾਂ ਚੋਂ
ਅਸ਼ਰੂ ਧਾਰਾ ਵਗ ਰਹੀ ਹੈ। ਲੋਚਨ ਤੇ ਗੇਰਤ ਬਹੁ ਆਸੂ, ਦੋਹਾਂ ਨੇਤਰਾਂ ਤੋਂ ਬਹੁਤ ਅਸ਼ਰੂ ਧਾਰਾ ਵਗ ਰਹੀ ਹੈ। ਉਪਤੇ ਸਾਹੇ ਵਿਪਰ ਸਿੱਖ ਬ੍ਰਿੰਦਾ, ਔਰ ਇਸ ਢੰਗ ਦੇ ਨਾਲ ਬਾਰ-ਬਾਰ ਜਦ ਬੇਨਤੀਆਂ ਕੀਤੀਆਂ, ਭੂਪਤ ਸ਼ਾਹ ਵਿਪਰ ਸਿੱਖ ਬ੍ਰਿੰਦਾ, ਬਹੁਤ ਸਾਰੇ ਅਮੀਰ ਸ਼ਾਹ ਬ੍ਰਾਹਮਣ ਸਿੱਖ, ਹਾਂਜੀ, ਸਤਨਾਮ ਸਿਮਰੈ ਸੁਖ ਕੰਦਾ, ਸੁੱਖਾਂ ਦਾ ਮੂਲ ਸਾਰੇ ਸਤਨਾਮ ਵਾਹਿਗੁਰੂ ਜਪ ਰਹੇ ਹਨ। ਭਾਂਡੇ ਬੰਦੇ ਹੱਥ ਸਮੀਪਾ, ਸਾਰੇ ਹੱਥ ਜੋੜ ਕੇ ਕੋਲ ਖੜੇ ਹਨ। ਸੁਨੀ ਬਿਨੈ ਬੇਦੀ ਕੁਲ ਦੀਪਾ, ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਦ ਦੋਵੇਂ ਪੁੱਤਰ ਰੋਣ ਲੱਗ ਪਏ, ਮਾਤ ਸੁਲੱਖਣੀ ਜੀ ਰੋਣ ਲੱਗ ਪਏ, ਸਭ ਸੰਗਤਾਂ ਰੁਦਨ ਕਰ ਰਹੀਆਂ ਤੇ ਸਾਰੇ ਇਸ ਅਰਦਾਸ ਵਿੱਚ ਸ਼ਾਮਲ ਹੋਈਆਂ ਨੇ, ਮਹਾਰਾਜ 2 ਘੜੀਆਂ ਦਾ ਸਮਾਂ ਦੇ ਦਿਓ। ਇਹ ਠੀਕ ਹੈ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ ਹੁਣ ਪਹੁੰਚੇ ਨੇ, ਉਹਨਾਂ ਦੇ ਸਰੀਰ ਤਿਆਗ ਜਾਣ ਤੋਂ ਬਾਅਦ ਪਹੁੰਚੇ ਨੇ, ਪਰ ਇਹਨਾਂ ਵਾਂਗੂ ਹੋਰ ਬਹੁਤ ਸਾਰੀਆਂ ਸੰਗਤਾਂ ਵੀ ਹੁਣ ਪਹੁੰਚੀਆਂ, ਜਿਹੜਾ ਨੂੰ ਸਮਾਂ ਹੀ ਨਹੀਂ ਮਿਲਿਆ ਪਹੁੰਚਣ ਦਾ, ਜਿਹੜੇ ਪਹੁੰਚ ਨਹੀਂ ਸਕੇ ਦੂਰੋਂ ਆਏ, ਉਹ ਸਭ ਵੀ ਇਹਨਾਂ ਦੇ ਨਾਲ ਮਿਲ ਕੇ ਬੇਨਤੀਆਂ ਕਰਨ ਲੱਗ ਪਏ, ਮਹਾਰਾਜ ਵਾਸਤਾ ਕਰਤਾਰ ਦਾ 2 ਘੜੀਆਂ ਸਮਾਂ ਦੇ ਦੇਵੋ। ਸੁਨੀ ਬਿਨੈ ਬੇਦੀ ਕੁਲ ਦੀਪਾ, ਮਹਾਰਾਜ ਬੇਦੀ ਕੁਲ ਭੂਸ਼ਣ, ਬੇਦੀ ਕੁਲ ਦੇ ਰੋਸ਼ਨ ਮੀਨਾਰ ਗੁਰੂ ਨਾਨਕ ਦੇਵ ਜੀਆਂ ਨੇ ਬੇਨਤੀ ਸੁਣ ਲਈ। ਤਾਤਨ ਸੋ ਬੋਲਨ ਕੇ ਕਾਰਨ, ਆਪਣੇ ਸਿੱਖ ਬੱਚਿਆਂ ਨਾਲ ਬੋਲ ਸਾਂਝੇ ਕਰਨ ਵਾਸਤੇ ਉਠ ਬੈਠੇ ਤਬ ਨਰਕ ਨਿਵਾਰਨ, ਸਾਰੇ ਜੀਵਾਂ ਦੇ ਜੀਵਨ ਦਾ ਨਰਕ ਦੂਰ ਕਰਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਉੱਠ ਕੇ ਬੈਠ ਗਏ ਹਨ। ਅਰ ਸਤਿ ਸ੍ਰੀ ਅਕਾਲ। ਇੱਕ ਜੈਕਾਰਾ ਸਾਰੇ ਮਿਲ ਕੇ ਵੱਡਾ ਬੁਲਾਓ। ਇਹਦਾ ਮਤਲਬ ਹੈ ਸਾਧ ਸੰਗਤ ਬਈ ਗੁਰੂ ਨੂੰ ਗਿਆ ਨਾ ਸਮਝ ਲੈਣਾ। ਇਹ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਸਾਨੂੰ, ਬਈ ਮੈਂ ਕਿਤੇ ਗਿਆ ਨਹੀਂ, ਭਾਵੇਂ ਸਰੀਰ ਚਲਾ ਗਿਆ, ਪਰ ਜੇ ਮੈਨੂੰ ਕੋਈ ਯਾਦ ਕਰੇ ਪ੍ਰੇਮ ਨਾਲ, ਯਾਦ ਕਰੇ ਸ਼ਰਧਾ ਨਾਲ, ਬੁਲਾਵੇ ਤੇ ਮੈਂ ਉੱਥੇ ਹਾਜ਼ਰ ਹੋ ਜਾਂਦਾ। ਅੱਜ ਵੀ ਇਹੀ ਨਿਯਮ ਹੈ, ਤੁਸੀਂ ਪ੍ਰੇਮ ਨਾਲ ਬੁਲਾਓ। ਜੈ ਜੈ ਪੇਖੋਂ ਤੈ ਹਜ਼ੂਰ। ਗੁਰੂ ਨਾਨਕ ਦੇ ਗਏ ਥੋੜੀ ਨੇ, ਬਹੁਤ ਸਾਰੇ ਉਹਨਾਂ ਦੇ ਪਾਵਨ ਤਨ ਨੇ, ਉਹਨਾਂ ਉਹ ਤਨ ਦਾ ਨਾਮ ਗੁਰੂ ਗ੍ਰੰਥ ਸਾਹਿਬ ਹੈ, ਬਾਣੀ ਦਾ ਨਾਮ ਆਤਮਾ, ਆਤਮਾ ਦਾ ਨਾਮ ਬਾਣੀ, ਸਰੀਰ ਗੁਰੂ ਪੰਥ ਹੈ ਤੇ ਆਤਮਾ ਗੁਰੂ ਗ੍ਰੰਥ ਹੈ। ਗਏ ਨਹੀਂ ਕਿਤੇ, ਦੁਬਾਰੇ ਉੱਠ ਕੇ ਬੈਠ ਜਾਣਾ ਇਹ ਦੱਸਦਾ ਹੈ ਬਈ ਸਿੱਖੋ ਮੈਂ ਦੂਰ ਨਹੀਂ ਗਿਆ, ਜਦੋਂ ਵੀ ਬੁਲਾਓਗੇ ਮੈਂ ਹਾਜ਼ਰ ਹੋ ਜਾਵਾਂਗਾ, ਮੈਂ ਤੁਹਾਡੇ ਵਿੱਚ ਸ਼ਾਮਲ ਹੋਵਾਂਗਾ। ਇਸ ਤਰ੍ਹਾਂ ਮਹਾਰਾਜ ਉੱਠ ਕੇ ਬੈਠੇ ਹਨ। ਅਰਨ ਪ੍ਰਫੁੱਲਤ ਕਮਲ ਵਿਸਾਲਾ, ਬਹੁਤ ਸੋਹਣੀ ਚਿਹਰੇ ਦੀ ਲਾਲੀ ਹੈ ਤੇ ਬੜਾ ਪ੍ਰਫੁੱਲਤ ਚਿਹਰਾ ਹੈ ਮਹਾਰਾਜ ਜੀ ਦਾ। ਬਦਨ ਸੁਹਾਵਤ ਅਸਤੇ ਕਾਲਾ, ਬਹੁਤ ਸੋਹਣਾ ਮੁਖੜਾ ਉਸ ਵੇਲੇ ਸੁਹਾ ਰਿਹਾ ਹੈ। ਦੇਖ ਅਚੰਭ ਪਏ ਨਰ ਨਾਰੀ, ਬਹੁਤ ਸਾਰੇ ਸਿੱਖ ਸੰਗਤਾਂ ਆਸ਼ਚਰਯ ਚਕਿਤ ਹੋਈਆਂ ਹਨ, ਹੈਰਾਨ ਕੁਨ ਅਵਸਥਾ 'ਚ ਵਿਸਮਾਦਿਤ ਮਨ ਹੋਏ ਹਨ ਇਹ ਕੌਤਕ ਦੇਖ ਕੇ। ਜੋ ਦਿਸ ਜੈ ਜੈਕਾਰ ਉਚਾਰੀ, ਤੇ ਚਾਰੇ ਪਾਸਿਆਂ ਤੋਂ ਗੁਰੂ ਨਾਨਕ ਦੇ ਜੈਕਾਰੇ ਗੱਜ ਰਹੇ ਹਨ ਤੇ ਆਪਾਂ ਵੀ ਇਹਨਾਂ ਜੈਕਾਰਿਆਂ ਵਾਲਿਆਂ ਸ਼ਾਮਲ ਹੋ ਜਾਈਏ। ਦੇਖੋ ਇੱਕ ਨੂੰ ਸ਼ਾਮਲ ਹੋਣ ਲਈ ਨਹੀਂ ਕਿਹਾ, ਸਾਰੇ ਸ਼ਾਮਲ ਹੋਵੋ ਵਿੱਚ। ਹਾਂਜੀ ਪੜੋ। ਚਾਰੋਂ ਪਾਸੇ ਗੁਰੂ ਨਾਨਕ ਦੇ ਜੈਕਾਰੇ ਗੱਜ ਰਹੇ ਹਨ ਉੱਚੀ ਉੱਚੀ ਆਵਾਜ਼ ਵਿੱਚ। ਪਾਂਡੇ ਦਵੈਤਾ ਤਨ ਕੋ ਦੇਖਾ, ਗੁਰੂ ਨਾਨਕ ਦੇਵ ਜੀ ਨੇ ਨੇਤਰ ਖੋਲੇ ਤੇ ਦੇਖਿਆ ਦੋਵੇਂ ਪੁੱਤਰ ਹੱਥ ਜੋੜ ਕੇ ਸਜਲ ਨੇਤਰਾਂ ਨਾਲ ਬੇਨਤੀਆਂ ਕਰ ਰਹੇ ਹਨ। ਬੋਲੇ ਗੁਰ ਕਰ ਕਿਰਪਾ ਵਿਸੇਖਾ, ਮਹਾਨ ਬਖਸ਼ਿਸ਼ ਕਰਕੇ ਗੁਰੂ ਨਾਨਕ ਦੇਵ ਜੀਆਂ ਨੇ ਬਚਨ ਆਖੇ। ਜਾਚਤ ਜੇ ਜੀਵਨ ਬਹੁ ਮੇਰਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ
ਜਾਚਤ ਜੇ ਜੀਵਨ ਬਹੁ ਮੇਰਾ। ਤੁਸੀਂ 2 ਘੜੀਆਂ ਕਿਹਾ ਹੈ ਤੇ ਮੈਂ 2 ਘੜੀਆਂ ਲਈ ਆਇਆ, ਪਰ ਜੇ ਤੁਸੀਂ 4 ਯੁੱਗ ਦਾ ਵੀ ਜੀਵਨ ਮੰਗ ਲੈਂਦੇ ਤਾਂ ਸੋ ਪਾਵਤ ਅਬਹੁਤੀ ਨ ਦੇਰਾ। ਤੇ ਫਿਰ ਸਾਡਾ 4 ਯੁੱਗ ਦਾ ਹੀ ਜੀਵਨ ਤੁਹਾਨੂੰ ਮਿਲ ਜਾਣਾ ਸੀ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਤੁਸੀਂ ਮੰਗੀਆਂ ਹੀ 2 ਘੜੀਆਂ ਨੇ ਤੇ 2 ਘੜੀਆਂ ਲਈ ਆਏ ਹਾਂ। ਜੇ 4 ਯੁੱਗ ਮੰਗਦੇ ਤਾਂ 4 ਯੁੱਗਾਂ ਲਈ ਆ ਜਾਣ, ਤੇ ਗਏ ਤਾਂ ਫਿਰ ਨਹੀਂ, ਬੈਠੇ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹਨ ਤੇ ਜੁਗੋ ਜੁਗ ਅਟਲ ਹਨ। ਤਵੈ ਕਟਕਾ ਜਾਚੀ ਤੁਮ ਜੋਈ। ਜਿਹੜੀਆਂ ਤੁਸੀਂ 2 ਘੜੀਆਂ ਸਮਾਂ ਮੰਗਿਆ ਹੈ ਮੈਂ ਅਧੀਨ ਤੁਮਰੇ ਕੁਛ ਸੋਈ। ਔਰ ਇਸ ਤਰ੍ਹਾਂ ਦੇ ਨਾਲ ਪਰ ਤੁਹਾਡੇ ਵੱਸ ਵੀ ਕੋਈ ਗੱਲ ਨਹੀਂ ਹੈ। ਨਿਰੰਕਾਰ ਭਾਵੀ ਜੋ ਆਹੀ। ਨਿਰੰਕਾਰ ਦੀ ਜੋ ਭਾਵੀ ਹੈ ਸੋਈ ਹੋਤ ਮਿਟੈ ਕਬ ਨਾਹੀ। ਜੋ ਨਿਰੰਕਾਰ ਚਾਹੁੰਦਾ ਹੈ ਉਹੀ ਹੁੰਦਾ, ਮਿਟਦਾ ਨਹੀਂ। 1 ਮਿੰਟ ਮੈਂ ਰੋਕ ਕੇ ਆਪ ਜੀ ਨੂੰ ਇਹ ਕੁਝ ਜਾਣਕਾਰੀ ਸਾਂਝੀ ਕਰ ਲਵਾਂ। ਕੱਲ 1 ਅਕਤੂਬਰ ਹੈ ਤੇ 1 ਅਕਤੂਬਰ ਤੋਂ ਸਵੇਰੇ ਕਿਵਾੜ ਖੋਲ੍ਹਣ ਦਾ ਸਮਾਂ ਬਦਲ ਜਾਏਗਾ। ਸਾਰੇ ਸਮੇਂ ਸਵੇਰੇ ਤਬਦੀਲ ਹੋ ਜਾਣਗੇ। ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਨਿਤਨੇਮ 5 ਬਾਣੀਆਂ ਜੋ ਸਤਿਕਾਰਯੋਗ ਗ੍ਰੰਥੀ ਸਾਹਿਬ ਜੀ ਕਰਦੇ ਹਨ, ਸੰਗਤਾਂ ਸ਼ਾਮਲ ਹੁੰਦੀਆਂ ਨੇ। 1:30 ਤੋਂ 3:30 ਵਜੇ ਤੱਕ ਇਹ ਹੋਵੇਗਾ। ਫਿਰ ਉਸ ਵਜੇ 3:30 ਵਜੇ ਕਿਵਾੜ ਖੋਲ੍ਹਣਗੇ। ਨਾਲ ਨਾਲ ਜਪਜੀ ਸਾਹਿਬ ਜੀ ਦਾ ਪਾਠ ਗ੍ਰੰਥੀ ਸਾਹਿਬ ਜੀ ਕਰਨਗੇ ਔਰ 4:15 ਵਜੇ ਮਹਾਰਾਜ ਜੀ ਦਾ ਹੁਕਮਨਾਮਾ ਆਪ ਸਰਵਣ ਕਰੋਗੇ। ਔਰ ਇਸੇ ਤਰ੍ਹਾਂ ਫਿਰ 4:15 ਤੋਂ 6:15 ਵਜੇ ਤੱਕ ਕੀਰਤਨ ਹੋਵੇਗਾ। 6:15 ਤੋਂ 6:30 ਤੱਕ ਦੁਬਾਰੇ ਪਹਿਲੀ ਅਰਦਾਸ ਤੇ ਹੁਕਮਨਾਮਾ ਹੋਵੇਗਾ ਔਰ 6:30 ਤੋਂ 8 ਵਜੇ ਤੱਕ ਕੀਰਤਨ ਹੋਵੇਗਾ ਔਰ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ 8 ਤੋਂ 9 ਵਜੇ ਤੱਕ ਹੋਵੇਗੀ ਔਰ 9 ਤੋਂ 9:30 ਤੱਕ ਜੋ ਟਾਈਮ ਬਦਲ ਰਹੇ ਹਨ ਉਹ ਆਪ ਜੀ ਨੂੰ ਸੁਣਾ ਰਹੇ ਹਾਂ। ਸ਼ਸਤਰਾਂ ਦੇ ਦਰਸ਼ਨ ਹੋਣਗੇ ਔਰ ਬਿਲਾਵਲ ਚੌਂਕੀ ਜਿਹੜੀ ਹੈ ਉਹ 9:30 ਤੋਂ ਆਰੰਭ ਹੋ ਕੇ ਫਿਰ 2 ਵਜੇ ਤੱਕ ਸਾਰਾ ਜਿਹੜਾ ਹੈ ਦੀਵਾਨ ਚੱਲੇਗਾ ਔਰ ਗੁਰੂ ਕੇ ਲੰਗਰ ਖੁੱਲ੍ਹਣ ਦਾ ਸਵੇਰੇ ਦਾ ਜਿਹੜਾ ਸਮਾਂ ਉਹ 11:30 ਵਜੇ ਹੋ ਜਾਏਗਾ। ਇਸੇ ਤਰ੍ਹਾਂ ਕੱਲ੍ਹ ਦਾ ਜੋ ਸਮਾਂ ਸੋਦਰ ਚੌਂਕੀ ਦਾ ਹੈ ਉਹ 4:30 ਤੋਂ 6 ਵਜੇ ਤੱਕ। ਸ੍ਰੀ ਰਹਿਰਾਜ ਸਾਹਿਬ ਦੀ ਆਰਤੀ ਅਰਦਾਸ ਤੇ ਮਹਾਰਾਜ ਦੇ ਬਚਨ ਖਾਸ ਹੁਕਮਨਾਮਾ 6 ਤੋਂ 7 ਵਜੇ ਤੱਕ ਔਰ ਕਥਾ ਦੇ ਜਿਹੜੇ ਸਰੋਤੇ ਨੇ ਉਹ ਧਿਆਨ ਨਾਲ ਸੁਣਨ ਕਿ ਕੱਲ੍ਹ 7 ਤੋਂ 8 ਵਜੇ ਤੱਕ। ਜਿਵੇਂ ਆਮ ਦਿਨਾਂ 7:30 ਤੋਂ 8:30, ਅੱਜ ਵੀ 7:30 ਤੋਂ 8:30 ਦਾ ਟਾਈਮ ਹੈ। ਕੱਲ੍ਹ ਜਿਹੜਾ ਹੈ ਉਹ 7 ਤੋਂ 8 ਵਜੇ ਤੱਕ ਜਿਹੜਾ ਹੈ ਉਹ ਕਥਾ ਦਾ ਸਮਾਂ ਹੋਵੇਗਾ। ਸਵੇਰੇ ਮਹਾਰਾਜ ਜੀ ਦੇ ਅਸਥਾਨ 'ਤੇ ਇੱਥੇ ਵੱਡੇ ਦੀਵਾਨ ਸੱਜਣਗੇ। ਗੁਰੂ ਨਾਨਕ ਦੇਵ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਕੱਲ੍ਹ ਜੋਤੀ ਜੋਤ ਦਿਵਸ ਹੈ। ਆਪ ਸਾਰਿਆਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ। ਸਵੇਰੇ ਇਹਨਾਂ ਮਹਾਨ ਜੋ ਕੀਰਤਨ ਹੋ ਰਹੇ ਹਨ ਇਹਨਾਂ ਸਾਰਿਆਂ ਵਿੱਚ ਸੰਗਤਾਂ ਹਾਜ਼ਰੀਆਂ ਸਾਰਾ ਦਿਨ ਹੀ ਭਰਨਗੀਆਂ। ਇਸ ਦਿਨ ਪੂਰਨ ਮਰਿਆਦਾ ਅਨੁਸਾਰ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਹੋਵੇਗੀ। ਉਪਰੰਤ ਇਸ ਦਿਨ 'ਤੇ ਪਟਨਾ ਸਾਹਿਬ ਦੀਆਂ ਸੰਗਤਾਂ ਇੱਕ ਖਾਸ ਤਰ੍ਹਾਂ ਦਾ ਬਿਹਾਰ ਦਾ ਵਿਅੰਜਨ ਹੈ ਕਚੌਰੀ, ਉਹ ਖਾਸ ਤੌਰ 'ਤੇ ਪ੍ਰਸਾਦ ਰੂਪ ਵਿੱਚ ਵਰਤਾਇਆ ਜਾਂਦਾ ਹੈ। ਤੋ ਆਪ ਸਾਰਿਆਂ ਨੇ ਸੇਵਾ ਜਿਹੜੀ ਹੈ ਉਹ 1 ਤਰੀਕ ਸ਼ਾਮ ਨੂੰ ਪ੍ਰਸਾਦ ਵਰਤਾਉਣ ਦੀ ਜੋ ਲਾਈ ਜਾਂਦੀ ਹੈ ਉਹ ਸੇਵਾਦਾਰ ਸੇਵਾ ਕਰਨਗੇ ਔਰ ਇਸ ਤਰ੍ਹਾਂ 7:30 ਵਜੇ ਤੱਕ 1 ਤਰੀਕ ਨੂੰ ਸ਼ਾਮੀ 7:30 ਵਜੇ ਤੱਕ ਤਖਤ ਸਾਹਿਬ ਜੀ ਵਿਖੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਪੁੱਜ ਜਾਣਗੀਆਂ, ਪਹਿਲੇ ਹੀ ਪੁੱਜ ਜਾਣਗੀਆਂ ਔਰ ਵਰਤਾਉਣ ਦੀ ਸੇਵਾ ਕਰਨਗੀਆਂ। ਔਰ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਸਰਦਾਰ ਰਜਿੰਦਰ ਸਿੰਘ ਜੀ JTS, ਸਰਦਾਰ ਅਮਰਜੀਤ ਸਿੰਘ ਜੀ ਗੋਲਵਾੜਾ ਮਾਰਕੀਟ, ਸਰਦਾਰ ਅਮਰਜੀਤ ਸਿੰਘ ਜੀ ਕੈਮੀਕਲ ਵਾਲੇ, ਸਰਦਾਰ ਨਵਰਾਜ ਸਿੰਘ ਜੀ, ਜਗਜੀਵਨ ਸਿੰਘ ਜੀ ਲਾਂਬਾ ਜੀ, ਸਰਦਾਰ ਜਸਵੀਰ ਸਿੰਘ ਜੀ, ਸਰਦਾਰ ਇੰਦਰਜੀਤ ਸਿੰਘ ਜੀ ਬੱਗਾ, ਸਰਦਾਰ ਗੋਬਿੰਦਰ ਸਿੰਘ ਜੀ, ਸਰਦਾਰ ਭੋਲਾ ਸਿੰਘ ਜੀ JTS ਵਾਲੇ, ਸਰਦਾਰ ਰਵਿੰਦਰਪਾਲ ਸਿੰਘ ਜੀ, ਸਰਦਾਰ ਮਨੋਹਰ ਸਿੰਘ ਜੀ ਬੱਗਾ ਜਿਨ੍ਹਾਂ ਨੂੰ ਮਹਾਰਾਜ ਨੇ ਲੰਗਰਾਂ ਦੀ ਸੇਵਾ ਦਿੱਤੀ ਹੋਈ ਹੈ, ਸਰਦਾਰ ਸੁਰਿੰਦਰ ਸਿੰਘ ਜੀ ਹਰਿਮੰਦਰ ਗਲੀ ਵਾਲੇ ਔਰ ਇਸੇ ਤਰ੍ਹਾਂ
ਸਰਦਾਰ ਕੁਲਦੀਪ ਸਿੰਘ ਜੀ ਰਾਜੂ, ਸਰਦਾਰ ਚਰਨਜੀਤ ਸਿੰਘ ਜੀ, ਸਰਦਾਰ ਰਣਜੀਤ ਸਿੰਘ ਜੀ ਬੋਬੀ ਬਾੜੇ ਕੀ ਗਲੀ ਵਾਲੇ। ਇਸੇ ਤਰ੍ਹਾਂ ਸਰਦਾਰ ਗੁਰਮੀਤ ਸਿੰਘ ਜੀ ਗੁਲਾਟੀ, ਸਰਦਾਰ ਮਹਿੰਦਰ ਸਿੰਘ ਜੀ ਹਰਿਮੰਦਰ ਸਾਹਿਬ ਗਲੀ, ਸਰਦਾਰ ਦਵਿੰਦਰ ਸਿੰਘ ਜੀ ਗੁਲਾਟੀ ਰਾਮ ਬਾਗ ਵਾਲੇ, ਸਰਦਾਰ ਚੰਦਰਪਾਲ ਸਿੰਘ ਜੀ, ਸਰਦਾਰ ਉਦੈ ਸਿੰਘ ਜੀ ਸਿੱਖ ਮਿਸ਼ਨ ਵਾਲੇ, ਔਰ ਇਸੇ ਤਰ੍ਹਾਂ ਸਰਦਾਰ ਲੱਕੀ ਸਿੰਘ ਜੀ ਚਾਵਲਾ, ਸਰਦਾਰ ਅਮਰਜੀਤ ਸਿੰਘ ਜੀ ਪੁਆਗਲੀ ਪੂਆ ਗਲੀ। ਇਹ ਸਾਰੇ ਸੇਵਾਵਾਂ ਨਿਭਾਉਣਗੇ। ਕੜਾਹ ਪ੍ਰਸਾਦ ਤੇ ਕਚੌਰੀ ਪ੍ਰਸਾਦ ਵਰਤਾਉਣ ਵਿੱਚ ਜੋ ਸੰਗਤਾਂ ਸਹਿਯੋਗ ਦੇਣਗੀਆਂ, ਉਹਨਾਂ ਵਿੱਚ ਸਰਦਾਰ ਉਮਾ ਸ਼ੰਕਰ ਜੀ, ਭਾਈ ਉਮਾ ਸ਼ੰਕਰ ਸਿੰਘ ਜੀ, ਭਾਈ ਚੰਦਰਦੀਪ ਸਿੰਘ ਜੀ, ਭਾਈ ਤਨਵੀਰ ਸਿੰਘ ਜੀ, ਭਾਈ ਸੁਗਾਰਤ ਸਿੰਘ ਜੀ, ਭਾਈ ਮੈਨੇਜਰ ਸਿੰਘ ਜੀ, ਭਾਈ ਰੰਜਨ ਸਿੰਘ ਜੀ, ਭਾਈ ਜੋਗਿੰਦਰ ਸਿੰਘ ਜੀ, ਭਾਈ ਰਾਮ ਬਾਲਕ ਰਾਏ ਜੀ, ਭਾਈ ਮਹਿੰਦਰ ਸਿੰਘ ਜੀ, ਭਾਈ ਰਵੀ ਸਿੰਘ ਜੀ, ਭਾਈ ਸਿਆ ਸਰਨ ਮਾਲੀ ਜੀ। ਇਹ ਸਾਰੇ ਸੇਵਾਵਾਂ ਅਰਪਣ ਕਰਨਗੇ। ਔਰ ਤਖਤ ਸਾਹਿਬ ਜੀ ਵਿਖੇ ਡਿਊਟੀ ਵਿੱਚ ਹਾਜ਼ਰ ਸਾਰੇ ਸੇਵਾਦਾਰ ਗ੍ਰੰਥੀ ਸਿੰਘ ਵਰਤਾਉਣ ਵਿੱਚ ਤੇ ਦੀਵਾਨਾਂ ਵਿੱਚ ਸਹਿਯੋਗ ਆਪਣਾ ਆਪਣਾ ਜਿਸ ਤਰ੍ਹਾਂ ਸੇਵਾ ਸੰਗਤਾਂ ਦੀ ਕਰ ਰਹੇ ਹਨ, ਉਸੇ ਤਰ੍ਹਾਂ ਹੀ ਸਾਰੀ ਸੇਵਾ ਚੱਲਦੀਆਂ ਰਹਿਣਗੀਆਂ। ਇਸੇ ਤਰ੍ਹਾਂ ਜਿਹੜਾ ਸਾਰਾ ਪ੍ਰੋਗਰਾਮ ਹੈ, ਪਹਿਲੇ ਉਹ ਤਖਤ ਸਾਹਿਬ ਦਾ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਬਦਲੇ ਹੋਏ ਟਾਈਮ ਅਨੁਸਾਰ ਚੱਲਦਾ ਹੈ, ਉਸ ਤਰ੍ਹਾਂ ਸਾਰਾ ਚੱਲੇਗਾ। ਔਰ ਉਸ ਤੋਂ ਬਾਅਦ ਸਵੇਰੇ 6:30 ਤੋਂ 7:30 ਵਜੇ ਤੱਕ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਕੀਰਤਨ ਦੁਆਰਾ ਸੇਵਾ ਕਰਨਗੇ। ਸ੍ਰੀ ਅਖੰਡ ਪਾਠ ਸਾਹਿਬਾਂ ਦੀ ਸਮਾਪਤੀ 7:30 ਤੋਂ 8 ਵਜੇ ਤੱਕ ਹੋਏਗੀ। ਔਰ ਮਹਾਨ ਵਿਦਵਾਨ ਗਿਆਨੀ ਸੁਖਦੇਵ ਸਿੰਘ ਜੀ ਜੋ ਹਜ਼ੂਰੀ ਕਥਾਵਾਚਕ ਨੇ, ਪੰਜ ਪਿਆਰੇ ਸਾਹਿਬਾਨ ਨੇ, ਸਿੰਘ ਸਾਹਿਬਾਨ, ਉਹ 8 ਤੋਂ 9 ਵਜੇ ਤੱਕ ਕਥਾ ਕਰਨਗੇ। ਸਵੇਰੇ ਕੀਰਤਨ ਭਾਈ ਜਗਤ ਸਿੰਘ ਜੀ ਹਜ਼ੂਰੀ ਰਾਗੀ ਜਥਾ, ਫਿਰ 9 ਤੋਂ 10 ਵਜੇ ਤੱਕ ਭਾਈ ਜੋਗਿੰਦਰ ਸਿੰਘ ਜੀ, ਭਾਈ ਨਵਿੰਦਰ ਸਿੰਘ ਜੀ, ਭਾਈ ਅਰਵਿੰਦ ਸਿੰਘ ਜੀ ਨਿਰਗੁਣ, ਇਹ ਸਾਰੇ ਜਥੇ 12 ਤੋਂ 1 ਵਜੇ ਤੱਕ, 1 ਵਜੇ ਤੱਕ ਜੋ ਹੈ 10 ਤੋਂ ਲੈ ਕੇ 1 ਵਜੇ ਤੱਕ, 9 ਤੋਂ 1 ਵਜੇ ਤੱਕ ਸਾਰੇ ਕੀਰਤਨ ਕਰਨਗੇ। ਫਿਰ ਅਰਦਾਸ ਹੋਵੇਗੀ, ਕੜਾਹ ਪ੍ਰਸਾਦ ਦੀ ਦੇਗ ਵਰਤੇਗੀ, ਸਮਾਪਤੀ ਦੀਵਾਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਫਿਰ ਸ਼ਾਮਾਂ ਦੇ ਦੀਵਾਨ ਵਿੱਚ ਕਥਾ ਜੋਤੀ ਜੋਤ ਸਮਾਵਣ ਦੀ ਜੋ ਹੈ ਗੁਰਪੁਰਬ ਦੀ ਜੋ ਵਿਸ਼ੇਸ਼ ਕਥਾ ਹੈ, ਉਹ ਦਾਸ ਦੀ ਸੇਵਾ 7 ਤੋਂ 8 ਵਜੇ ਤੱਕ ਹੈ। ਆਪ ਦੀ ਸੇਵਾ 'ਚ ਦਾਸ ਹਾਜ਼ਰ ਰਹੇਗਾ। ਉਪਰੰਤ ਕੜਾਹ ਪ੍ਰਸਾਦ ਅਤੇ ਕਚੌਰੀ ਪ੍ਰਸਾਦ ਜੋ ਵਿਸ਼ੇਸ਼ ਪ੍ਰਕਾਰ ਦਾ ਬਿਹਾਰ ਦਾ ਬਹੁਤ ਹੀ ਜਿਹੜਾ ਹੈ ਮਕਬੂਲ ਵਿਅੰਜਨ ਹੈ, ਉਹ ਆਪ ਸਾਰਿਆਂ ਨੂੰ ਪਰੋਸਿਆ ਜਾਏਗਾ। ਹੋਰ ਜਿਹੜੀ ਜਾਣਕਾਰੀ ਹੈ ਉਹ ਨੋਟਿਸ ਬੋਰਡ 'ਤੇ ਦਫ਼ਤਰ ਵਜੋਂ ਲਾਈ ਹੋਈ ਹੈ। ਕਿਸੇ ਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਉਹ ਦਫ਼ਤਰ ਵਿੱਚੋਂ ਪ੍ਰਾਪਤ ਕਰ ਸਕਦਾ ਹੈ। ਆਓ 2 ਪੰਕਤੀਆਂ ਹੋਰ ਸਰਵਣ ਕਰੀਏ, ਫਿਰ ਖਿਮਾ ਪ੍ਰਾਰਤੀ ਹੋਵਾਂਗੇ। ਅਬ ਜੋ ਹੈ ਤੁਮਰੇ ਮਨ ਮਾਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ 2 ਘੜੀਆਂ ਜੀਵਨ ਮੰਗਿਆ ਤੇ ਅਸੀਂ ਦੇ ਦਿੱਤਾ। ਇਹਦਾ ਮਤਲਬ ਜਿੰਨਾ ਮੰਗੋ ਓਨਾ ਮਿਲ ਜਾਂਦਾ, ਤੇ ਓਨਾ ਹੀ ਨਹੀਂ ਮਿਲਦਾ। ਉਸ ਤੇ 4 ਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਤੇ ਦਇਆ ਦੇ ਘਰ ਵਿੱਚ ਆਖਣ ਲੱਗੇ, ਹੁਣ ਜੋ ਕੁਝ ਤੁਹਾਡੇ ਮਨ ਵਿੱਚ ਹੈ ਕਰੋ ਪ੍ਰਤੱਖ ਹਮਾਰੇ ਪਾਹੀ। ਉਹ ਸਾਨੂੰ ਸਾਰਾ ਦੱਸ ਦੇਵੋ। ਪੂਰਬ ਰਹੇ ਬੁਲਾਏ ਨਾ ਆਏ। ਅਸੀਂ ਤਾਂ ਪਹਿਲਾਂ ਹੀ ਬੁਲਾ ਰਹੇ ਸੀ, ਪਰ ਤੁਸੀਂ ਪਹੁੰਚੇ ਨਹੀਂ ਸੀ। ਕਰੀ ਬਾਤ ਆਪਨ ਮਨ ਭਾਏ। ਔਰ ਤੁਸੀਂ ਆਪਣੇ ਮਨ ਦੀ ਗੱਲ ਕਰਦੇ ਰਹੇ। ਤੇਚਨ ਸ੍ਰੀ ਚੰਦ ਕਰ ਬੰਦੇ। ਇਸ ਵੇਲੇ ਫਿਰ ਬਾਬਾ ਸ੍ਰੀ ਚੰਦ ਜੀ ਨੇ ਹੱਥ ਜੋੜ ਲਏ, ਸਿਰ ਝੁਕਾਇਆ, ਗਲ ਪੱਲਾ ਪਾਇਆ ਹੋਇਆ। ਕਈ ਲੋਕ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਅਕਾਰਣ ਹੀ ਨਿੰਦਾ ਕਰ ਜਾਂਦੇ। ਨਿੰਦਣ ਯੋਗ ਨਹੀਂ ਹੈਗੇ, ਸਲਾਹੁਣ ਯੋਗ ਨੇ, ਵਡਿਆਈ ਯੋਗ ਨੇ। ਇਹਨਾਂ ਦੀ ਬਹੁਤ ਵਡਿਆਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਕੁੱਤਾ ਵੀ ਆ ਜਾਏ ਤੇ ਉਹ ਵੀ ਸਨਮਾਨਯੋਗ ਹੋ ਜਾਂਦਾ। ਤੇ ਜਿਹੜੇ ਗੁਰੂ ਨਾਨਕ ਦੇ ਘਰ ਪੁੱਤਰ ਰੂਪ ਪੈਦਾ ਹੋਏ ਨੇ, ਉਹਨਾਂ ਦੀ ਨਿੰਦਾ ਕਰਨ ਵਾਲਾ ਕੋਈ ਮਨੁੱਖ ਥੋੜ੍ਹੀ ਹੋ ਸਕਦਾ, ਕੋਈ ਮਹਾ ਪਸ਼ੂ ਬਿਰਤੀ ਵਾਲਾ ਹੀ ਹੋ ਸਕਦਾ। ਹੱਥ ਜੋੜੇ ਹੋਏ ਹਨ, ਬੇਨਤੀਆਂ ਕਰ ਰਹੇ ਹਨ। ਬੋਲਿਓ ਬਚਨ ਸੁਨੋ ਸੁਖ ਕੰਦੇ। ਤੇ ਹੱਥ ਜੋੜ ਕੇ ਕਿਹਾ, ਹੈ ਸਾਰੇ ਸੁੱਖਾਂ ਦੇ ਦਾਤਾ, ਸੁੱਖਾਂ ਦੇ ਮੂਲ ਗੁਰੂ ਪਿਤਾ ਜੀਓ। ਤੁਮ ਅੰਤਰ ਜਾਮੀ ਸਭ ਜਾਣੋ। ਮਹਾਰਾਜ ਅਸੀਂ ਮੂੰਹੋਂ ਬੋਲ ਕੇ ਕੀ ਆਖੀਏ, ਤੁਸੀਂ ਅੰਤਰਯਾਮੀ ਹੋ,
ਤੇ ਸਭ ਜਾਣਦੇ ਹੋ। ਬਿਨਾ ਕਹੇ ਤੇ ਭੇਵ ਪਛਾਨੋ। ਮਹਾਰਾਜ ਸੱਚੇ ਪਾਤਸ਼ਾਹ ਬਿਨ ਬੋਲਿਆ ਹੀ ਸਭ ਕੁਝ ਜਾਣਦੇ ਹੋ। ਪੁੱਛੋ ਤਦਿਅਪ ਕਰਹੁ ਉਚਾਰੀ। ਫਿਰ ਮਹਾਰਾਜ ਕਹਿਣ ਲੱਗੇ ਨਹੀਂ ਫਿਰ ਵੀ ਦੱਸੋ, ਜ਼ਬਾਨ ਤੋਂ ਆਖ ਕੇ ਦੱਸੋ। ਫਿਰ ਕਹਿਣ ਲੱਗੇ ਠੀਕ ਹੈ ਮਹਾਰਾਜ, ਜੇ ਆਪ ਇਸ ਤਰ੍ਹਾਂ ਚਾਹੁੰਦੇ ਹੋ ਗੁਰੂ ਪਿਤਾ ਜੀ, ਤੇ ਅਸੀਂ ਫਿਰ ਬੋਲ ਕੇ ਦੱਸਦੇ ਹਾਂ। ਪਿਤਾ ਵਸਤੂ ਕੇ ਸੁਤ ਅਧਿਕਾਰੀ। ਸਾਰੇ ਜਗਤ ਵਿੱਚ ਚੱਲਿਆ ਆ ਰਿਹਾ ਹੈ ਕਿ ਪਿਤਾ ਦੀ ਵਸਤੂ, ਪਦਾਰਥ, ਪ੍ਰਾਪਰਟੀ, ਜਾਇਦਾਦ ਦੇ ਅਧਿਕਾਰੀ, ਮਾਲਕ ਪੁੱਤਰ ਹੁੰਦੇ। ਤੇ ਦੇਖੀਏ ਤੇ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਹੀ ਸਭ ਕੁਝ ਦਿੱਤਾ ਹੈ। ਆ ਸਿੱਖ ਕੌਣ ਨੇ? ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹੀ ਤੇ ਨੇ, ਪੁੱਤਰ ਧੀਆਂ ਨੇ ਗੁਰੂ ਨਾਨਕ ਦੇ। ਉਹਨਾਂ ਸਭ ਕੁਝ ਆਪਣੇ ਪੁੱਤਰਾਂ ਧੀਆਂ ਦੀ ਝੋਲੀ 'ਚ ਪਾਇਆ ਹੋਇਆ ਹੈ। ਜੋ ਨਾਦੀ ਪੁੱਤਰ ਹਨ ਉਹਨਾਂ ਨੂੰ ਵੀ ਸਭ ਕੁਝ ਦਿੱਤਾ ਹੈ। ਇਹ ਬਿੰਦੀ ਪੁੱਤਰ ਕਹਿਣ ਲੱਗੇ ਮਹਾਰਾਜ ਪੁੱਤਰ ਪਿਤਾ ਦੀ ਹਰ ਵਸਤੂ ਦਾ ਹੱਕਦਾਰ ਹੁੰਦਾ ਹੈ। ਹਮਕੋ ਛੂਛਾ ਛੋਰ ਪਿਆਨੇ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਕੁਝ ਦਿੱਤਾ ਹੀ ਨਹੀਂ ਤੇ ਖਾਲੀ ਕਰਕੇ ਜਾ ਰਹੇ ਹੋ। ਥਾਪਿਓ ਲਹਿਣਾ ਆਪਨ ਸਥਾਨੇ। ਤੇ ਆਪਣੀ ਗੱਦੀ ਤੇ ਲਹਿਣਾ ਜੀ ਨੂੰ ਥਾਪ ਦਿੱਤਾ ਹੈ। ਕਲਾ ਵਿਸਾਲ ਹੈ ਤੇ ਤਜ ਖਾਲੀ। ਮਹਾਰਾਜ ਸੱਚੇ ਪਾਤਸ਼ਾਹ ਵਿਸਾਲ ਕਲਾ ਤੋਂ ਅਸੀਂ ਖਾਲੀ ਹਾਂ। ਕਰੇ ਆਪ ਅਸਮੰਜਸ ਚਾਲੀ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਨਾਲ ਆਪ ਨੇ ਹੈਰਾਨ ਕਰਨ ਵਾਲਾ ਕੰਮ ਕੀਤਾ ਹੈ। ਦਈ ਅਪਰ ਕੋ ਸਰਬ ਵਡਾਈ। ਸਾਨੂੰ ਉਹ ਵਡਿਆਈ ਗੁਰਗੱਦੀ ਦੀ ਨਹੀਂ ਦਿੱਤੀ, ਕਿਸੇ ਬਾਹਰੋਂ ਆਏ ਸੇਵਕ ਨੂੰ ਦੇ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਆਖਣ ਲੱਗੇ ਤੁਮਰੇ ਸੁਤ ਕਿਆ ਜਗ ਮਹਿ ਪਾਈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਤੁਹਾਡੇ ਪੁੱਤਰ ਹੋਣ ਕਰਕੇ ਜਗਤ ਵਿੱਚ ਕੀ ਮਿਲਿਆ ਹੈ? ਦੋਹਰਾ ਬਚਨ ਸੁਨੇ ਨਿਜ ਸੁਤਨ ਕੇ ਸ੍ਰੀ ਨਾਨਕ ਗਤ ਦਾਏ। ਜਦੋਂ ਇਸ ਤਰ੍ਹਾਂ ਆਪਣੇ ਪੁੱਤਰਾਂ ਦੇ ਬਚਨ ਸੁਣੇ, ਸਾਰੇ ਜਗਤ ਨੂੰ ਮੁਕਤੀ ਦੇਣ ਵਾਲੇ ਗੁਰੂ ਨਾਨਕ ਜੀ ਦੁਆਰਾ, ਤਾਂ ਸਭ ਕੇ ਸੁਨਤ ਸਲੋਕ ਇੱਕ ਉਚਰਿਓ ਬਦਨ ਬਣਾਏ। ਫਿਰ ਇਸ ਤਰ੍ਹਾਂ ਮਹਾਰਾਜ ਜੀ ਨੇ ਬਾਣੀ ਦੇ ਬਚਨ ਆਖੇ ਆਪਣੇ ਪੁੱਤਰਾਂ ਨੂੰ ਸਮਝਾਉਣ ਲਈ ਤੇ ਸਿੱਖਾਂ ਪੁੱਤਰਾਂ ਨੂੰ ਸਮਝਾਉਣ ਲਈ। ਜੋ ਬਚਨ ਆਖੇ ਹਨ ਉਹ ਹੁਣ ਸਾਰੇ ਕੱਲ ਆਪ ਸਰਵਣ ਕਰੋਗੇ। ਜੋਤੀ ਜੋਤ ਸਮਾਵਣ ਦਾ ਜੋ ਸਾਰਾ ਪ੍ਰਸੰਗ ਹੈ ਉਹ ਕੱਲ ਆਪ ਸਰਵਣ ਕਰੋਗੇ। 7 ਤੋਂ 8 ਕੱਲ ਤੋਂ ਸਮਾਂ ਹੋ ਜਾਏਗਾ। ਬਣਿਆ ਪ੍ਰੇਮ ਭਰੇ ਹਿਰਦੇ ਲੈ ਕੇ ਆਪ ਨੇ ਪਹੁੰਚਣਾ ਤੇ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਦੇ ਗੁਰਪੁਰਬਾਂ ਵਿੱਚ ਮਹਾਰਾਜ ਜੀ ਦਾ ਸ਼ੁਕਰਾਨਾ ਕਰਦਿਆਂ ਆਪਣੀ ਸ਼ਿਰਕਤ ਹਾਸਲ ਕਰਨੀ ਹੈ। ਮਹਾਰਾਜ ਜੀ ਦੇ ਦਰ 'ਤੇ ਅਨੇਕਾਂ ਭਾਂਤ ਦੀਆਂ ਜਿਸ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਹਨ ਤੁਸੀਂ ਸੇਵਾ ਕਰਨੀਆਂ ਨੇ ਤੇ ਮਹਾਰਾਜ ਦੀਆਂ ਖੁਸ਼ੀਆਂ ਝੋਲੀ 'ਚ ਪਾਉਣੀਆਂ। ਤੇ ਅਸੀਂ ਸੁਭਾਗੇ ਹਾਂ ਸਾਰੇ ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਵਾਲੇ ਦਿਨ ਪਟਨਾ ਸਾਹਿਬ ਤਖਤ ਸਾਹਿਬ ਵਿਖੇ ਸਿਰ ਝੁਕ ਰਿਹਾ, ਸਾਡੀ ਹਾਜ਼ਰੀ ਲੱਗ ਰਹੀ। ਮਹਾਰਾਜ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਤੇ ਸਭ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਾਉਣੀ ਹੈ। ਪਰ ਪੇਸ਼ਤਰ ਹਰ ਰੋਜ਼ ਦੀ ਤਰ੍ਹਾਂ 2 ਮਿੰਟ ਲਈ ਮਹਾਮੰਤਰ ਗੁਰਮੰਤਰ ਦਾ ਜਾਪ ਜ਼ਰੂਰ ਕਰਨਾ ਹੈ। ਜਿਵੇਂ ਕੜਾਹ ਪ੍ਰਸ਼ਾਦ 2 ਹੱਥ ਕਰਕੇ ਲੈਂਦੇ ਹੋ ਨਾ, ਇਹ ਜਾਪ ਵੀ ਪੂਰੇ ਧਿਆਨ ਨਾਲ ਆਪਣੇ ਹਿਰਦੇ 'ਚ ਪ੍ਰਸਾਦ ਵਾਂਗੂ ਹੀ ਧਾਰਨ ਕਰਨਾ ਹੈ। ਕੋਈ ਰਸਨਾ ਵਾਂਝੀ ਨਾ ਰਹੇ। ਜਿਤਨੇ ਹੁਣ ਤੱਕ ਸਾਰੇ ਸੁਣਦੇ ਰਹੇ ਹੋ, ਹੁਣ ਸਾਰੇ ਜਾਪ ਵਿੱਚ ਬੋਲੋ ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।